ਸਿੱਧਾ ਵਿਸ਼ੇ 'ਤੇ ਆਉਂਦੇ ਆਪਾਂ। ਟਾਈਮ ਤੁਹਾਡੇ ਕੋਲ ਘੱਟ ਹੋਊਗਾ, ਗੱਲ ਕਰਨ ਵਾਸਤੇ ਬਹੁਤ ਹੈਗੀ ਹੈ। ਤੋ ਜਨਰਲੀ ਜਿਹੜੀ ਥੋੜ੍ਹੀ ਜਿਹੀ ਬਰੀਫ ਕਰਨ ਤੋਂ ਬਾਅਦ ਮੇਨ ਮੁੱਦਾ ਜਿਹੜਾ ਇਹਦਾ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਉਹ ਇਹ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਹੈ ਉਹ ਪੁਲਿਸ ਨਾਮ ਦੇ ਟੂਲ ਤੋਂ ਇੱਕ ਵਾਰੀ ਫਿਰ ਕਤਲ ਕਰਾਉਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈਗੀ। ਦਿਸ ਇਜ਼ ਦੀ ਮੇਨ ਟਾਰਗੇਟ ਜਿਹੜੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਹੈ। ਪਰ ਉਸ ਤੋਂ ਇਲਾਵਾ ਆਪਾਂ ਗੱਲ ਸ਼ੁਰੂ ਕਰਦੇ ਹਾਂ ਅਦਰਵਾਈਜ਼ ਜਨਰਲੀ ਜਿਹੜੀ ਪਿਛਲੇ 27 ਦਿਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਕੰਸਰਨ ਬਾਕੀ ਗੱਲਾਂ ਇਹਨਾਂ ਨੇ ਦੱਸ ਦਿੱਤੀਆਂ। ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਹੋਰ ਮੈਂ ਉਹਦੇ 'ਚ ਮੈਨਸ਼ਨ ਕਰ ਦਿੰਦਾ ਕਿ ਜਨਰਲ ਐਡਮਿਨਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹੀ ਤੁਹਾਡੀ ਜਿਹੜੀ ਸਭ ਤੋਂ ਵੱਡਾ ਇੱਕ ਸੁਨੇਹਾ ਹੁੰਦਾ। ਪਹਿਲੇ ਮਹੀਨੇ ਤੋਂ ਜੋ ਸਟਾਰਟ ਹੋਇਆ ਉਹਦੇ 'ਚ ਇੱਕ ਮੈਨਸ਼ਨ ਕਰਨਾ ਭੁੱਲ ਗਏ ਸੀ, ਜਿਹੜਾ ਗੁਜਰਾਤ ਜਾ ਕੇ ਚਰਖਾ ਕੱਤਿਆ ਗਿਆ, ਉਸ ਗੱਲ ਨੂੰ ਬਹੁਤ ਲਾਈਟਲੀ ਲੈ ਰਹੇ। ਇੱਕ ਭਗਤ ਸਿੰਘ, ਮੈਂ ਹਾਲਾਂਕਿ ਇਹਨਾਂ ਚੀਜ਼ਾਂ ਦੇ ਵਿੱਚ ਡਿਫਰੈਂਟ ਵਿਚਾਰ ਰੱਖਦਾ, ਪਰ ਆਈਡੀਓਲੋਜੀ ਜਾਂ ਜਿਹੜੇ ਭਗਤ ਸਿੰਘ ਜਿਹੜੇ ਹੈਗੇ ਆ ਸ਼ਹੀਦ ਜਿਹੜੇ ਹੈਗੇ ਆ ਨੋਨ ਕੰਟਰੋਵਰਸ਼ੀਅਲ ਸ਼ਹੀਦ ਹੈ, ਤੇ ਉਸ ਦਾ ਕੋਈ ਮੁਕਾਬਲਾ ਜਿਹੜਾ ਹੈਗਾ ਕਿਸੇ ਨਾਲ ਕਰਨਾ ਜਿਹੜਾ ਹੈਗਾ ਉਹ ਪੋਸੀਬਲ ਹੀ ਨਹੀਂ ਹੈ। ਤੋ ਉਹ ਹੀ ਲੋਕ ਉਸੇ ਹੀ ਹੁਲੀਏ ਦੇ ਵਿੱਚ ਜਾ ਕੇ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਪੋਲੀਟੀਕਲ ਮੋਟਿਵਾਂ ਪਿੱਛੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤਾਂ ਇਹਦੇ ਨਤੀਜੇ ਇਹਨਾਂ ਵਾਸਤੇ ਦੂਰਗਾਮੀ ਤੌਰ 'ਤੇ ਚੰਗੇ ਨਹੀਂ ਹੋਣਗੇ। ਉਹ ਇੱਕ ਬਹੁਤ ਵੱਡੀ ਗਲਤੀ ਇਹਨਾਂ ਨੇ ਕੀਤੀ ਹੈ ਜਿਹਦਾ ਜਵਾਬ ਵਾਰ-ਵਾਰ ਮੰਗੇ ਜਾਣਗੇ। ਪਰਮਾਰ ਸਾਹਿਬ ਨੇ ਕੁਛ ਆਪਣਾ ਤਜਰਬੇ ਨਾਲ ਥਾਣਿਆਂ ਦੀ ਗੱਲ ਕੀਤੀ, ਥਾਣੇ ਦਾ ਸਿਸਟਮ ਦੱਸਿਆ ਵੀ ਜਿਹੜਾ ਉੱਪਰਲੀਆਂ ਫੋਰਸਿਸ ਬੈਠ ਜਾਂਦੀਆਂ ਤਾਂ ਜਿਹੜੇ ਲੋਕਲ ਲੈਵਲ 'ਤੇ ਅਸਲੀ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਹਰਡਲਸ ਕ੍ਰੀਏਟ ਹੋ ਜਾਂਦੇ ਆ। ਪਰ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ 2009 ਤੋਂ ਪੁਲਿਸ ਨਾਮ ਦੀ ਸੰਸਥਾ ਜਿਹੜੀ ਹੈਗੀ ਹੈ ਇਸ ਸਟੇਟ ਵਿੱਚ ਬਿਲਕੁਲ ਡੈਡ ਸਟੇਟ ਵਿੱਚ ਕੰਮ ਕਰ ਰਹੀ ਹੈ। ਉਹਦੀ ਕੋਈ ਆਪਣੀ ਜਾਤੀ ਹੋਂਦ ਨਹੀਂ ਹੈਗੀ, ਉਹਦਾ ਕੋਈ ਜਿੰਦਾ ਹੋਣ ਦਾ ਕੋਈ ਉਹਨਾਂ ਦੇ ਵਿੱਚ ਕੋਈ ਉਹ ਨਹੀਂ ਹੈਗਾ ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਫੋਰਸ ਦੇ ਵਿੱਚ ਇੱਕ ਯੂਨੀਫਾਰਮ ਜੋਬ ਹੈ। ਅਸੀਂ ਖੁਦ ਉਹਦਾ ਮੈਂ ਪਾੜ ਰਿਹਾ ਦੇਖਿਆ, ਹਰ ਚੀਜ਼ ਨੂੰ ਮੈਂ ਕਬੂਲ ਵੀ ਕਰਦਾ ਹੁੰਦਾ। ਇਹੀ ਪ੍ਰੋਬਲਮ ਹੈਗੀ ਹੈ ਹੁਣ ਵਾਲੇ ਲੋਕਾਂ ਜਿਹੜੇ ਜੋਬ ਕਰ ਰਹੇ ਆ ਜਾਂ ਪੈਨਸ਼ਨਾਂ ਲੈ ਕੇ ਬੈਠੇ ਆ ਸੀਨੀਅਰ ਅਫੀਸਰ, ਕਿਉਂਕਿ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈਗਾ ਕਿ ਇਹਦੇ ਵਿੱਚ ਹੈਗਾ ਕੀ ਸੀਗਾ। ਕਿਉਂ ਅਸੀਂ ਏਡੀਆਂ ਵੱਡੀਆਂ ਗੁਲਾਮੀਆਂ ਦੇ ਚੱਕਰ ਵਿੱਚ ਪੈ ਕੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ, ਆਪਣਾ ਸਮਾਂ ਕੱਢਣ ਦੀ ਖਾਤਰ ਕਿੱਡੇ ਵੱਡੇ ਸਮਝੌਤੇ ਕਰਦੇ ਰਹੇ ਹਾਂ। ਪੋਲੀਟੀਸ਼ੀਅਨ ਜਿਹੜਾ ਹੈਗਾ ਬੇਸਿਕਲੀ ਹਰ ਚੀਜ਼ 'ਤੇ ਹਾਵੀ ਦਿਖਾਈ ਦਿੰਦਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੋਲੀਟੀਸ਼ੀਅਨ ਜਿਹੜਾ ਹੈਗਾ ਉਹ ਬਹੁਤ ਥੋੜ੍ਹੇ ਹਿੱਸੇ ਦਾ ਜ਼ਿੰਮੇਵਾਰ ਹੈ। ਇਸ ਸਾਰੇ ਤਾਣੇ ਬਾਣੇ ਦਾ ਸਭ ਤੋਂ ਵੱਡਾ ਬੈਨੀਫਿਸ਼ਰੀ ਬਿਊਰੋਕਰੇਟ ਹੈ, ਜਿਹੜਾ ਕਿ ਕਿਤੇ ਦਿਖਾਈ ਨਹੀਂ ਦਿੰਦਾ। ਹਰ ਜਗ੍ਹਾ 'ਤੇ ਆ ਕੇ ਪੋਲੀਟੀਸ਼ੀਅਨ ਨੂੰ ਮਾੜਾ ਕਿਹਾ ਜਾਂਦਾ, ਪੁਲਿਸ ਨੂੰ ਮਾੜਾ ਕਿਹਾ ਜਾਂਦਾ, ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਈਆਂ ਜਾਂਦੀਆਂ, ਜਿਵੇਂ ਗੈਂਗਸਟਰ ਕਲਚਰ ਦੀ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਸਾਨੂੰ ਫੋਟੋ ਹੀ ਉਹ ਦਿਖਾਈ ਜਾਂਦੀ ਹੈ ਜਿਹੜੀ ਕਿ ਮਤਲਬ ਇਹ ਦਿਖਾਉਣਾ ਚਾਹੁੰਦੇ ਆ। ਛੋਟੀ ਜਿਹੀ ਉਦਾਹਰਨ ਹੈ ਕਿ ਜੇ ਕਿਸੇ ਫਾਈਲ ਨੂੰ ਕਲੀਅਰ ਕਰਾਉਣਾ ਹੈ ਕਿ ਉਹਦੇ 'ਤੇ ਜੇ 10 ਕਰੋੜ ਰੁਪਈਆ ਲੱਗਣਾ ਤਾਂ ਪਹਿਲਾਂ ਜਿਹੜਾ ਹੈਗਾ ਸੈਕਟਰੀ ਹੈ, ਉਸ ਲੈਵਲ ਦਾ ਅਫਸਰ ਹੈ, ਉਹ ਕਹਿੰਦਾ ਵੀ ਜਾ ਮੰਤਰੀ ਨੂੰ ਜਾ ਕੇ ਕਰੋੜ ਰੁਪਈਆ ਦਿਆ, ਬਾਕੀ ਮੈਂ ਦੇਖਦਾ, ਬਾਕੀ 9 ਉਹਨੇ ਲੈਣਾ ਹੁੰਦਾ। ਇਹ ਰੇਸ਼ੋ ਹੈ ਕਰਪਸ਼ਨ ਦੀ ਪੰਜਾਬ ਦੇ ਵਿੱਚ ਸਾਰੇ ਪਾਰਟਸ ਦੇ ਵਿੱਚ, ਜਿਹੜੀ ਕਿ ਕਿਸੇ ਦੇ ਅੱਜ ਤੱਕ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਹੀ ਨਹੀਂ ਹੈਗਾ। ਤਾਂ ਮੇਨ ਕਰਪਟਰ ਜਿਹੜਾ ਹੈਗਾ ਸਾਡਾ ਬਿਊਰੋਕਰੇਟ ਹੈ, ਕਿਉਂਕਿ ਉਹਨੂੰ ਕਿਸੇ ਨੇ ਚੁਣਨਾ ਨਹੀਂ, ਉਹ ਬੈਠਾ ਹੈਗਾ, ਉਹ ਇੱਕ ਵਾਰੀ ਆ ਗਿਆ 30 ਸਾਲ 35 ਸਾਲ ਵਾਸਤੇ ਉਹ ਫੋਰ ਸ਼ੋਰ ਉਹਨੇ ਕਿਤੇ ਜਾਣਾ ਨਹੀਂ ਹੈਗਾ। ਤਾਂ ਪੋਲੀਟੀਸ਼ੀਅਨ ਜਿਹੜਾ ਜੋ ਕੁਰਸੀ 'ਤੇ ਬੈਠਦਾ ਤਾਂ ਉਹਦੀ ਲੱਤਾਂ ਖਿੱਚਣ ਵਾਸਤੇ ਪਿੱਛੇ ਪਹਿਲਾਂ ਹੀ ਆਲਰੇਡੀ ਲੋਕ ਤਿਆਰ ਬੈਠੇ ਹੁੰਦੇ ਤੇ ਉਹ 5 ਸਾਲ ਆਪਣੀ ਕੁਰਸੀ ਦਾ ਹੀ ਧਿਆਨ ਰੱਖਦਾ ਰਹਿੰਦਾ। ਤਾਂ ਜੋ ਥੋੜ੍ਹਾ ਬਹੁਤ ਮੈਂ ਕਹਿੰਦਾ ਹੁੰਦਾ ਜੇ 100% ਕੈਟਾਗਰੀਜ਼ ਕਰੀਏ ਤਾਂ 70-75% ਜਿਹੜਾ ਬੈਨੀਫਿਸ਼ਰੀ ਜਿਹੜਾ ਹੈਗਾ ਉਹ ਹੈਗਾ ਬਿਊਰੋਕਰੇਟ। 15-20% ਦੇ ਵਿੱਚ ਜਿਹੜਾ ਹੈਗਾ ਉਹ ਪੋਲੀਟੀਸ਼ੀਅਨ ਹੈ, ਤੇ ਬਾਕੀ 5% ਦੇ ਵਿੱਚ ਸਾਰਾ ਹੀ ਸਿਸਟਮ ਜੋ ਥੱਲੇ ਦਾ ਦਾਣਾ ਬਣਾ ਜਿਹਨੂੰ ਕਿ ਮਾਰਨ ਵਾਸਤੇ ਰੱਖਿਆ ਹੋਇਆ ਹੈ। ਤਾਂ ਤੁਸੀਂ ਸੁਣਿਆ ਕਦੇ ਸੀਨੀਅਰ ਅਫਸਰ ਤੇ ਪ੍ਰੋਬਲਮ 'ਚ ਕ੍ਰੀਏਟ ਹੁੰਦਾ। ਹੁਣ ਵੀ ਇਸ ਸਰਕਾਰ ਨੇ ਕੀ ਕੀਤਾ, ਇੱਕ ਇੰਸਪੈਕਟਰ ਤੇ 8 ASI ਦੇ ਖਿਲਾਫ ਪਰਚਾ ਦਰਜ ਕਰਕੇ ਦੱਸ ਦਿੱਤਾ ਕਿ ਪੁਲਿਸ ਮਹਿਕਮੇ 'ਚੋਂ ਕਰਪਸ਼ਨ ਖਤਮ ਕਰ ਦਿੱਤੀ ਹੈ। ਕੁਝ ਤਹਿਸੀਲਦਾਰ ਫੜ ਲੈਣਗੇ, ਤਹਿਸੀਲਦਾਰ ਤਾਂ ਤੱਕ ਪਹੁੰਚੇ ਨਹੀਂ ਗਾ, ਪਟਵਾਰੀ ਹੌਲਦਾਰ ਇਸ ਲੈਵਲ ਤੱਕ ਕਰਪਸ਼ਨ। ਕੀ ਤੁਸੀਂ ਮੰਨ ਸਕਦੇ ਹੋ ਕਿ ਕਰਪਸ਼ਨ ਜਿਹੜੀ ਥੱਲੇ ਉੱਪਰ ਨੂੰ ਜਾਂਦੀ ਹੈ? ਜੇ ਉੱਪਰ ਬੰਦਾ ਠੀਕ ਬੈਠਾ ਕਰਪਸ਼ਨ ਥੱਲੇ ਕਿਵੇਂ ਆ ਸਕਦੀ? ਤਾਂ ਇਹ ਜਿਹੜਾ ਪਿਛਲੀਆਂ ਪਾਰਟੀਆਂ ਜਾਂ ਪਿਛਲੇ 20-25-30 ਸਾਲ 40 ਸਾਲ ਤੋਂ ਜੋ ਟ੍ਰੈਂਡ ਚੱਲਿਆ ਆ ਰਿਹਾ ਉਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ। ਬੜੇ ਹੈਰਾਨੀਜਨਕ ਨਤੀਜੇ ਆਏ ਹੈ ਇਸ ਵਾਰ ਜਿਹੜੇ ਹੈਗੇ ਆ ਇਲੈਕਸ਼ਨ ਦੇ ਵਿੱਚ। ਕਿਸੇ ਨੂੰ ਵੀ ਉਮੀਦ ਨਹੀਂ ਸੀ, ਕੋਈ ਐਨਾਲਿਸਿਸ ਨਹੀਂ ਕਰਦਾ ਸੀ ਕਿ ਇਹ ਰਿਜ਼ਲਟ ਆਉਣਗੇ। ਤਾਂ ਇੱਕ ਬੜੇ ਸਾਰਥਕ ਔਰ ਮਤਲਬ ਚੰਗਾ ਸੁਨੇਹਾ ਹੈ ਕਿ ਘੱਟੋ ਘੱਟ ਪੰਜਾਬੀਆਂ ਨੂੰ ਵੋਟ ਤਾਂ ਪਾਉਣੀ ਆਈ ਹੈ, ਜਾਂ ਮਤਲਬ ਇਹਨਾਂ ਨੂੰ ਵੀ ਗਾਂ ਸੁਨੇਹਾ ਇਹ ਮਿਲ ਜੂਗਾ ਕਿ ਜਿਹੜੀ ਵੋਟ ਜਿਹੜੀ ਜਿਸ ਤਰੀਕੇ ਨਾਲ ਸੋਚਦੇ ਸੀ ਮੌਕੇ 'ਤੇ ਖਰੀਦ ਲਾਂਗੇ ਜਾਂ ਜੋ ਵੀ ਗੱਲਾਂ ਕਰ ਲਾਂਗੇ, ਉਹ ਚੀਜ਼ ਤਾਂ ਹੁਣ ਚੀਜ਼ਾਂ ਪਾਸੇ ਹੋ ਗਈਆਂ। ਤਾਂ ਮੁੜ ਕੇ ਆਉਣੇ ਇਹ ਵਿਸ਼ੇ ਨੂੰ ਆਪਾਂ ਜਿੱਥੇ ਮਰਜ਼ੀ ਲੈ ਜਾਈਏ, ਇੰਨੀ ਜਲਦੀ ਕਿਉਂ ਆਉਣਾ ਪਿਆ ਅੱਜ 27 ਦਿਨਾਂ ਬਾਅਦ ਹੀ? ਤਾਂ ਕੋਈ ਵੀ ਸਟੈਪ ਜੇ ਅੱਜ ਤੱਕ ਇਸ ਸਰਕਾਰ ਦਾ ਕੋਈ ਪੋਜ਼ੀਟਿਵ ਵਾਲਾ ਹੁੰਦਾ ਤਾਂ ਬਿਲਕੁਲ 100% ਅਸੀਂ ਐਪਰੀਸ਼ੀਏਟ ਕਰਦੇ। ਮੈਂ ਖੁਦ ਕਹਿੰਦਾ ਵੀ ਕੁਝ ਕਰਕੇ ਤਾਂ ਦੱਸੋ, ਅਸੀਂ ਉਸੇ ਟਾਈਮ ਕਹਿਣ ਨੂੰ ਤਿਆਰ ਹਾਂ, ਅਸੀਂ ਤਾਂ ਉਡੀਕਦੇ ਸੀਗੇ। ਮੈਂ ਇਸ ਇਲੈਕਸ਼ਨ ਤੋਂ ਕਾਫੀ 7-8 ਮਹੀਨੇ ਪਹਿਲਾਂ ਜਾਂ 3-4 ਸਾਲ ਦਾ ਜਿਹੜੀ ਸਟਰਗਲ ਚੱਲਦੀ ਹੈ ਜਦੋਂ ਦੀ ਮੇਰੀ, ਉਦੋਂ ਤੋਂ ਵੀ ਇਹ ਕਹਿ ਰਹੇ ਹਾਂ ਕਿ ਜਿਹੜਾ ਇਹ ਰਵਾਇਤੀ ਪਾਰਟੀਆਂ ਦਾ ਜਿਹੜਾ ਸਾਨੂੰ ਕੂੜਾ ਗੁੰਝਣਾ ਪੈਣਾ
किसान अंदोलन तो बड़ियां उम्मीदां रही सीगियां, वो भी साजिशां का शिकार हो गया, उतों असीं कोई बदल नहीं दे सके। तो ये बाई डिफॉल्ट जी सरकार बनी है, ठीक है, उदों भी लगता सी जे घट्टो घट्ट दो जिहड़ियां रवायती पार्टियां तां फसी होईयां, तो ये जिहड़ा हैगा इन्हां दा असली चेहरा हैगा सानूं मैनूं ये लगदा सी कि जे 6 महीने साल बाद दिखाई देऊगा भी कुछ ना कुछ आई वाश करनगे आके ताकि लोगों के भुलेखे बने रहन। पर इन्हां ने जो स्टार्ट किया वो कमाल ही हो गई है। जिस तरह का बुद्धिमान तबके गिणिया जाता केजरीवाल बिलोंग करता है, उतों भी इन्नी उम्मीद नहीं सी कि पंजाब नूं इन्ने रैश तरीके नाल चलाउणगे। तुहाडे कोल कुंवर विजय प्रताप वर्गे लोग किस काम वास्ते रखे हुए हैं? जे पुलिस दे विच अज STF बना के पंजाबी नौजवानों का कतल करवाउणा तो जिम्मेवारी भी तो लो। जे अज एक पुलिस अफसर पॉलिटिशियन चेंज होकर बैठ गया, तुहाडा MLA बन गया, तुसीं क्यों नहीं हट करते हो? वो इन्हां टीमां दे मैंबर रहे हैं, उन्होंने हर चीज़ का पता है। ड्रग की स्टोरी जी है उन्होंने पता कितों चलती है। हुण मर्डर हो गए कबड्डी खिडारियों के, पहला तो मेरा सवाल है कबड्डी खिडारियों के ही मर्डर क्यों होंगे, बाकियों ने क्यों नहीं? ये सोचने का विषय नहीं है। फिर मर्डर करने वाला जोड़ा है वह की मोटिव है, जिहदा कतल किया गया उन्होंने क्यों कतल कर दिता गया, पिछे की कारण सी, किहदा नुकसान होना सी, किहदा फायदा होना सी, ये किहनूं दसना है? कुछ संदीप नंगलंबिया ने कुछ लोग फड़े इन्होंने उस कहते जी दोषी गिरफ्तार कर लिए, वो गाह का दसो गाह की है? गिरफ्तार कर लिया उन्होंने की दसिया तुहानूं, किहदे कहण ते किहनूं मारिया, किहदा नुकसान होना सी, किहदा फायदा सीगा? वो चीज़ां तां जे सामने आउंदियां तां फिर सब दे नाम आउंदे। मेन चीज़ ये है, ये हमेशा तो साडी मतलब जिस तरह कैटेगराइज इन्होंने कर लिया, ये ड्रग का धंधा। मैं सीधी स्पष्ट तुहानूं दसदा ये पिछे 99% ड्रग का धंधा है। जे 95 किलो 5% तां कहना कि पिछली जी कांग्रेस की सरकार है इन्होंने एक नवी समगलिंग इंट्रोड्यूस की है शराब की, तो वो भी गैंगस्टर कल्चर जोड़ा है यूज होंगे, पर वो 5 पैसे है क्योंकि वह बेनीफिट जोड़ा है ये बहुत फर्क है। इत्थे 1000 रुपए का 1500 रुपए के मटीरियल नाल करोड़ रुपए की हेरोइन बनाते जी नकली, जिन्होंने आप जोड़ा सिंथैटिक ड्रग कहने। 2006 तो पहला जी समगलिंग होंदी सी, वो हेरोइन जी होंदी सी, वो पाकिस्तान तो अफगानिस्तान तो आउंदी सी, वो बहुत महंगिया कीमतां च आउंदी सी ते महंगी जाती सी, उहदे च एक मार्जिन डिफरेंट होंदे सी। 2006 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਆਉਣੀ ਸੀ ਜਾਂ ਉਸ ਤੋਂ ਸਾਲ 2 ਸਾਲ ਪਹਿਲਾਂ ਜਦੋਂ ਪਹਿਲੀ ਸਰਕਾਰ ਚੇਂਜ ਹੋਈ ਸੀਗੀ ਕੈਪਟਨ ਅਮਰਿੰਦਰ ਸਿੰਘ ਤੋਂ ਦੀ, ਉਦੋਂ ਇਹਨਾਂ ਨੂੰ ਮਜੀਠੀਆ ਵਗੈਰਾ ਨੂੰ ਕੁਝ ਰੀਜ਼ਨਸ ਕਰਕੇ ਬਾਹਰ ਜਾਣਾ ਪਿਆ। ਉੱਥੇ ਫਿਰ ਕੰਟੈਕਟ ਹੋਏ ਇਹਨਾਂ ਦੇ ਉਹਨਾਂ ਲੋਕਾਂ ਨਾਲ ਜਿਹੜੇ ਕਿ ਬਾਅਦ ਵਿੱਚ ਇੱਥੇ ਆ ਕੇ ਇਹਨਾਂ ਦੇ ਨਾਲ ਸਾਂਝ ਪਾਈ ਹਰ ਤਰੀਕਾਂ ਦੀ, ਜਿਹਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸਲਾਂ ਦੀ ਜਿਹੜੀ ਇੱਕ ਰਿਪੋਰਟ ਹੈ 25-30 ਪੇਜਾਂ ਦੀ, ਉਹਨਾਂ ਨੇ 16 ਦੇ ਵਿੱਚ ਚੀਫ ਜਸਟਿਸ ਨੂੰ ਲਿਖੀ ਸੀ ਜਦੋਂ 6000 ਕਰੋੜ ਦਾ ਡਰੱਗ ਜਿਹੜਾ ਭੋਲੇ ਹੋਰਾਂ ਵਾਲਾ ਜਿਹੜਾ ਉਜਾਗਰ ਹੋਇਆ ਸੀਗਾ। ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਚੀਜ਼ ਦੱਸੀ ਹੈ ਵਿਦ ਐਵੀਡੈਂਸ ਕਿ ਕਿਸ ਤਰੀਕੇ ਨਾਲ ਜਦੋਂ ਇਹ ਮਜੀਠੀਆ ਹੋ ਰਹੀ ਉਦੋਂ ਸਰਕਾਰ ਬਣਨ ਤੋਂ ਪਹਿਲਾਂ ਅਮਰੀਕਾ ਵਿੱਚ ਸੀਗੇ ਤਾਂ ਉਹ ਸੱਤੇ ਹੋ ਰਹੀ ਕਿਸ ਤਰੀਕੇ ਨਾਲ ਬਾਰਡਰ ਕ੍ਰਾਸ ਕਰਦੇ ਰਹੇ, ਸਭ ਰਿਕਾਰਡ ਤੇ ਕਿਵੇਂ ਉਹਨਾਂ ਗੱਡੀਆਂ ਤਲਾਸ਼ੀਆਂ ਆਉਂਦੀਆਂ ਰਹੀਆਂ, ਕੀ ਡਰੱਗ ਦਾ ਸਿਸਟਮ ਉੱਥੇ ਚੱਲਦਾ ਸੀ। ਉੱਥੋਂ ਦਾ ਫਿਰ ਟ੍ਰੇਨਿੰਗ ਲਈ ਇਹਨਾਂ ਮਜੀਠੀਆ ਸਾਹਿਬ ਐਂਡ ਕੰਪਨੀ ਨੇ ਦੇਖਿਆ ਕੀ ਹੈਗਾ। ਫਿਰ ਇੱਥੇ ਜਦੋਂ ਆ ਕੇ ਇਹਨਾਂ ਦੀ ਸਰਕਾਰ ਬਣ ਗਈ फिर यह धंधा जोड़ा है ये स्टार्ट होया। उस तो बाद सिंथैटिक ड्रग आई जिसने पंजाब का यूथ तो मारे मारिया। उस तो पहला क्यों नहीं सी, पहला किहड़ा खरे नहीं सी, क्यों ये सिर्फ मौत है, ये सिर्फ ईजी मतलब यदा है कैमिकल कुछ है उन्होंने जी फॉर्मेशन ड्रग तैयार हो जाती है। और सब तो वधिया गल ये हैगी कि वो जो फॉरन के आप समगल करते हैं थ्रू एयर ही होंगी है, जहाज़ों से लड़ाई जाती है, वो उन्होंने ਜਿਹੜੇ स्निफर डॉग्स है या कोई होर क्राइटेरिया उन्होंने है उन्होंने फड़न का ਉਹਦੇ ਵਿੱਚ ਆਉਂਦੀ ਹੀ ਨਹੀਂ क्योंकि वो हेरोइन तो है ही नहीं है। तो वो जिन्ने कबड्डी मैच हुए हैं फिर अगर अगली इंटरस्टिंग गल है कि कबड्डी कप कदों शुरू होए अकालियां की सरकार वाली वर्ल्ड कबड्डी कप ड्रग बेचण का बहुत बड़ा धंधा अज तक है। ड्रग यही क्यों प्लेयर मतलब इनवॉल्व होंगे क्योंकि ड्रग का धंधा ही ये नहीं किया गया, मेनली नहीं किया गया। सैकेंडली जो थोड़ा बहुत है जोड़े साढ़े कलाकार जोड़े गाउन वाले है ये जोड़े बाहर ट्रैवल करते हैं एक इन्हों यूज किया जाता, इन्हों के नाल जाता समान आउंदा समान सारा ये नहीं ड्रग जी है वह लैन देन है। तो मेनली जो पिछे ध्यान करिए मैक्सीकन ड्रग कार्टल्स में देखिए होर चीज़ों देखिए इस जो भी कोई हेरा फेरी होंगी है तो वो अंजाम गोली है। साढ़े किन्ने पंजाबी नौजवान कनेडा तुम देखते होंगे माफिया का ड्रग माफिया का शिकार हुए हैं तो होंगे है क्योंकि वो उस धंधे में जुड़े हुए हैं। इतने भी जो कोई ड्रग मनी की प्रॉब्लम आती मैं किसी के नाम लेके इल्जाम नहीं कहता, पर इन्होंने कतलों पिछे 100% जो कोई पेमेंटा रुकियां, कोई बेईमानी हुई, कोई ड्रग की चोरी हुई, कुछ भी चीज़ होया वो पिछे ये कतल हुए है। वो कतलों की जी जानकारी लोगों को क्यों नहीं दसनी चाहिए? जे तुम गैंगस्टर को तो कह देंगे हो कि मतलब भी गैंगस्टर के खिलाफ एक उन्होंने बंदे मार देते, गैंगस्टर पंजाब के इस टाइम कोई एक्टिव है ही नहीं गा, जोड़े एक्टिव है वो जेलों में बैठे हैं।
जे वो तो अपरेट कर रहे कौन करा रहे? सरकार करा रही। पहला जेलों के जी शैल्टर सीगा वो दिता इन्होंने अकालियां ने, फिर कांग्रेसी सरकार आ गई। और रंधावे ने इतने मुख्तार अंसारी कहने वास्ते लैके आंदा सी। 3.5-4 साल इतने देखा रोपड़ की जेल में रिश्तेदार बना के नेड़े का कि काहदे वास्ते रखा हुआ सीगा। इस तो इलावा होर जो गैंगस्टर जोड़े कुछ यंगस्टर जिन्होंने आप भगवानपुरी जग्गू कह देंगे बशनोई बच्चे है जे किड्स साढ़े वर्गे लोगों के बच्चों की उम्र के लोग हैं। इन्होंने शिकार बनाया गया, इन्होंने घरों चों कढ़िया गया। ठीक है, अज इन्होंने कहने भी इन्होंने मार के दस की कढ़ने वाले कौन है? इन्होंने इन्होंने क्रिएट किने किया? ये तो एक टूल है। धंधा की है जोड़ा ड्रग का धंधा किमें चलता है पंजाब की मैं गल करना, बाकी तो मैं बाहर दस दिता जो बाहर जाएगा। पंजाब के जो ड्रग का धंधा जोड़ा है जी बनती है ड्रग इन लोगों तक पहुँचाने वास्ते 3 टायर सिस्टम चलता है। सब तो पहला है गैंगस्टर जोड़ा बैठा है ऑपरेट करता है। जेडे ये आते हैं गोली मारने वाले ये तो एक डिफरेंट है। इन्होंने तो हुक्म होंगे कि आ फलाने बंदे का काम कर दो वो अपना आगे कर देंगे, वो पंजाब का बहुत ही कंसर्न नहीं है। वो एक सैकेंड जी पंजाब की जी लाइन है वो हैगी है मसलमैन सी। वो पहला रेते का कारोबार के उन्होंने यूज़ किया जाता सीगा। फिर शराब इन्होंने इंट्रोड्यूस की कांग्रेस वाले ने। और इस तो इलावा जोड़ा नीचे तक जोड़ा आम बंदे तक ड्रग गई है वो पैडलर जोड़े है लोकल जोड़े पिंड लैवल के शहर लैवल के लोग से जोड़े उतों के MLA की निगरानी उतों के सरपंचों की जोड़े अपने वार्ड कौंसलर की निगरानी के उन्होंने मतलब अगे जोड़ा है जो पैडलर्स तक पहुँचाया गया। पैडलर्स ये सीगा कि तुसीं अपना खा लो बाकी बेच दो। पैसा कितने उवें इन्वॉल्व नहीं कितने पेमेंट करनी, ड्रग नाल ही सारी गेम खेडी जाती है। उन्होंने खाण जोगी करके बाकी उन्होंने बेचना है। उन्होंने वो पैसे मसलमैन को दे देने, मसलमैन तो पैसे अगे ट्रांसफर हो जाए। तो ये एक मतलब बहुत बड़ी चेन है जिहदे बिना ड्रग का धंधा चल ही नहीं सकता। तो उन्होंने चलाने वास्ते इन्होंने गैंगस्टर कल्चर क्रिएट किया। वो किवें कीता? बच्चों को किसी को SOI किसी को सोपू किसी को होर जोड़े चंगे पढ़े लिखे जिवें विक्की मिट्टू पुणे का मर्डर हो गया सीगा वो भी इस कड़ी ही होया है। कुछ चीज़ां ये नहीं मैं कहना कि टोटली वो ड्रग ना कंसर्न सी, पर वो ड्रग के नाल फिर कुछ चीज़ां जो यंगस्टर आते हैं होर भी बचा जाती ईगोज आ जाती कुछ होर चीज़ आ जाती हैं। वो मैं बहुता अपने बारे साइड पर नहीं जाना चाहता, जस्ट मैं अपनी ब्रीफ से दसना चाहना। वो धंधा जो इन्होंने लोगों नाल ही चलना है। तो ये जो आप इतों पिछे जाना ही नहीं। मान लो ये STF जी हम नवी इन्होंने क्रिएट की है। ये वही सज्जन ने पुराने जोड़े कि पहला जोड़े अकालियों की सरकार वाले या कांग्रेस सरकार वाले ये करते रहे। जोड़े कलकत्ते जाके जो एनकाउंटर होया वो भी ये टीम थी। पर ये टीम को भी ये सोचना चाहिए भी असी हर बार क्यों असी सानू भी यूज किया जाता। कारण यही शॉर्ट विजन, अज कुर्सी मिली है कल को भावें जो मर्जी हो। तो जोड़े सरकार बदल के जे उन्होंने ही लोगों ने सब कुछ करना है तो फिर सरकार बदलने का की असीं देख सकते हैं। इस इन्हों तो की उम्मीद रख सकते सी जे इन्होंने यंगस्टर बच्चों को भी गां अगे चाहिए की सीगा ये अपील करते। ठीक है, मैं हम भी अपील करना अपनी गल खत्म करूँगा उस गल के नाल भी जोड़े बच्चे घर चो बाहर आए हुए हैं आउण वापस। असीं उन्होंने केस दोबारा देख लेंगे हैं। सरकारों के काम की होंगे अतवाद तक के लोगों को असीं दोबारा मौका देंगे। ठीक है, साढ़े ही बच्चे ने वरकड़ाए हुए हैं। कोई किसी के घरों गैंगस्टर बनने वास्ते पैदा होंगे। ठीक है, हर कोई चाहता आपका बच्चा डॉक्टर बने, हर कोई चाहता कोई अफसर बने। गैंगस्टर जिन्होंने बच्चे उन्होंने माँ बाप तो बच के वेखो। तुसीं कहने इन्होंने मर्डर कर दो, इन्होंने फड़ के अंदर दे दो, फड़ के अंदर देना तक तो चल फिर ठीक है। तुसीं बनाए तुसीं नैटवर्क जाल बुनिया वो इन्होंने फसाया। ठीक है, छोटे लालच दे के घरों तो बाहर किए फिर बड़ियाँ मैं कहना गैंगस्टर का जोड़ा पुलिस को कोई क्राइटेरिया ही नहीं है। नंबर 2 लेकिन इंटरस्टिंग है कैटेगरियां बना देंगे ABCD नथिंग इज अवेलेबल। गैंगस्टर ना कंसर्न कोई क्राइटेरिया तो कोई नहीं है। एक टीम अलग बना देंगे वो गैंगस्टर को वेखूगी किस तरीके इन्होंने कैटेगरी वंडिया गया किहड़े वक्रे क्राइम किए गए जोड़े कि मतलब उन्होंने गैंगस्टर वाले पासे लेके जाते हैं। किन्नियां पंजाब के एक्सटॉर्शन होंदियां किन्नियां फरौतियां लगी जांदियां दसो मैनूं। जो बॉम्बे है या कोई होर मतलब दिल्ली है या होर स्टेटां UP है जो कुछ उत्थे हुंदा अपने पंजाब कितने सुनिया करे कोई तुसीं? फिर इत्थे गैंगस्टर कल्चर क्रिएट किवें हो गया? वो इस करके ही किया गया इन्होंने इस नाम देट करके भी कल जो आई वाश करना होगा कुछ चीज़ तो विखानी पऊगी ना लोगों को। तो ये जड़ियाँ है परपस की अज का जी प्रेस कॉन्फ्रेंस का यह है 4-5 दिनों तो जो की गल चलती है। हालांकि इन्हों के जिन्ने भी फैसले ले सरकार ने वो बिल्कुल जोड़े है हाँ पक्की नहीं है। लोग गल करते हैं कि तुसीं बहुत जल्दी जी विरोधता कर रहे हैं इन्होंने मौका दो। मैं कहना एक बंदा लुधियाने तो दिल्ली में जाना है ठीक है वो दिल्ली में तुर पिया इट्स ओके असीं देवांगे मौका। जो लाहौर वाले पासे घूम करी खड़ा फिर मौका की दईए जे वो स्टैप ही दूजे पासे है वो किवें किस चीज़ की वेट करिए उसनों। इस करके मजबूरी के कोई शौक नहीं है कोई ये नहीं है कि क्रिटिसिज्म करना चाहते हैं। भगवंत मान
जे अपने आप को परमात्मा ने वो मत्थे पर CM बनना लिखा सी तो वो बन गया तो वो बन के विखा लेना चाहिए। किन्नी की गुलामी करनी चाहता हो केजरीवाल की प्रॉब्लम हैगी अज 92 बंद की भी तेरे को मेजोरिटी हैगी है क्यों झकदा दिल्ली वाल। तो इस करके ना तो इन्होंने पता सी भी साडी सरकार होनी जी असलीयत हैगी है जे ये पता होता तो फिर सीटां की खरीदो फरोख्त का काम नहीं करते सी। ये सारे ही एनालिसिस को फेल किया पंजाबियों ने इस बारी बिल्कुल जी एक वक्रे रिजल्ट आए हैं जोड़े मैं पहला भी कहा कि आने वाले समय में ये रिजल्ट चंगे आउणगे। ना तो इन्होंने पता सी साडी सरकार आनी है ना दूजिਆਂ ਨੂੰ पता सी भी साडी इन्नी माड़ी हालत होनी है कि इत्थे बादल इत्थे कैप्टन इत्थे बड़े 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 मजीठीए सिद्धू वर्गियां तोपां रुड़ जाणियां ये किसी ने सोचा नहीं सीगा। तो पर एक बहुत चंगा होया इस टाइम विधान सभा दे विच बेशक 9 सिखी लोग बैठे हैं पर क्रिमिनल तो नहीं ना है जे है तो बड़े थोड़े रह गए तो जिन्होंने मतलब मौका नहीं मिला इस बारे ना चाहता एक पंजाबियों की जी एक जागरूकता है वो दिखाई देती है। इतों ये क्लीयर है कि वोटिंग जी गलत भी होया करूगी जाके होया करूगी इन्हों की शराबा इन्हों के पोस्ट साढ़े जोड़े है बहुत हम असर नहीं कराया करेंगे। पर ये जी हम 5 साल का टाइम साढ़े को बाकी है सरकार अजे कल शुरू हुई है तो 5 साल किमें कट्टणगे सोर्सिज की है इन्होंने को दसन करनी तो नौकरियां प्लान करनी चाहिए। मैं गल कर रहा भी आवाज़ तो मारनी चाहिए सी गैंगस्टरां एक अपील करती सरकार भी आओ अपने घर वापस आओ असीं थोड़े केस दोबारा विचारते हैं असीं देखते हैं कि किहदा कितना क्राइम हैगा कोई माफ़ करने योग है या नहीं हैगा उहदे मुताबिक देखिए। इन्हों शिकार दे ला लिया हूँ कि हो गया ਜਦੋਂ ਦੀ ਇਹ अनाउंसमेंट हुई है उदों का ही लोग एजेंटा को भज लए है उन्होंने धंधे चल पे है। जोड़े लोग सोच रहे थे कि हुण सरकारां बदल गई नवीं दोनों रवायती पार्टियां चली गई ये चंगे लोग आए तो शायद सानूं घरां विच आउण दा मौका मिलूगा उन्होंने सुपने टुट गए जो इन्होंने पहला ऑर्डर ही वो कर दिता। तो मैं इस गल तो बड़ी तकलीफमंद है ये मैं पंजाबी मंच जोड़ा है असीं जिहड़े 5 लोग बैठे हैं यही नहीं है ठीक है। अज मैं काफ़ी देर तो सख्त लफ्ज़ों में लिख रहा है जो करके मैंने जाना जाता या सुनिया जाता उसमें ये दसने वास्ते सरकार में बैठे हैं भी आ पहला तो सानूं वेख लो तो ये पिछे इनविजिबल बहुत कुछ बैठा असीं अपने सारे कार्ड अज नहीं तुहानूं विखाउण लगे असीं विखावांगे ठीक है समा आउण ते विखावांगे। पर मतलब ये ना समझे जाए सरकार ये ना समझ ले भी थोड़े पुछने वाला कोई नहीं क्योंकि देखो आ मुद्दा जोड़ा है एक मीटिंग सदी है उन्हें केजरीवाल ने दिल्ली बड़िया सियासी पार्टियां चीका मार लगियां देखो जी दिल्ली सरकार चलती है तो जो गैंगस्टरां मारन का जोड़ा है फरमान किया ये किहने बोलना क्योंकि वो ट्रस्टेड है उन्होंने अपनी ट्रस्ट है जे उस पासे तुरनगे तो पुरानी सरकार के पड़ते पट्टे जाएंगे। ये तो इन्होंने यही सूट करता है कि ਜਿਹੜੀਆਂ ਉਹ ਪਹਿਲਾਂ ਦੀਆਂ ਫਿਰਤਾਂ ਬੜੀਆਂ ਹੋਈਆਂ ਬਿਜ਼ਨਸ ਚੱਲੇ ਹੋਏ ਆ ਜਿਵੇਂ ਅਕਾਲੀਆਂ ਦੇ ਚਲਾਏ ਬਿਜ਼ਨਸ ਨੂੰ ਆਪਣੇ ਕਾਂਗਰਸ ਨੇ ਹੈਂਡਓਵਰ ਕਰ ਲਿਆ ਸੀਗਾ ਹੁਣ ਇਹਨਾਂ ਦੀ ਵਾਰੀ ਆ ਗਈ ਉਹ ਵਿਸ਼ਾਲ ਦਾ ਫੜਨ ਵਾਸਤੇ ਤਿਆਰ ਬੈਠੇ ਹੈ। ਜੇ ਇਹੀ ਕੁਝ ਕਰਨਗੇ ਤਾਂ ਫਿਰ ਇਹ ਜਿਹੜਾ ਧੰਦਾ ਜਿਹੜਾ ਹੈਗਾ ਇਵੇਂ ਜਿਵੇਂ ਸਾਰੀਆਂ ਫੈਕਟਰੀਆਂ ਜਿਹੜੀਆਂ ਸ਼ਰਾਬ ਦੀਆਂ ਜਾਲੀ ਬਣੀਆਂ ਉਹ ਹੈਂਡਓਵਰ ਹੋ ਜਾਣਗੀਆਂ। ਚਾਹੀਦਾ ਤਾਂ ਇਹ ਸੀ 250 ਮੌਤ ਕਹਿੰਦੇ ਤਰਨਤਾਰਨ ਦੇ ਵਿੱਚ ਜਾਲੀ ਸ਼ਰਾਬ ਨਾ ਹੋਈ ਜਿਹੜੀ ਕਿ 600 ਦੇ ਕਰੀਬ ਬੰਦਾ ਬਾਅਦ ਵਿੱਚ ਟੋਟਲ ਮਰਿਆ ਹੋ ਤੇ ਉਸ ਤੋਂ ਇਲਾਵਾ ਹੋਰ ਪਿਛਲੇ ਡਰੱਗ ਦਾ ਕੰਸਰਨ ਉਸ ਇਕੱਲੇ ਜਿਹੜੀ ਮੌਤਾਂ ਦੇ ਸੰਬੰਧ ਵਿੱਚ 11 MLA ਸੀ ਮੈਂ ਨਾਮ ਵੀ ਲਏ ਸੀਗੇ ਔਰ ਮੰਤਰੀ ਸੀ ਜਿਹਦੇ ਬਾਈ ਨੇ ED ਦੀ ਫਾਈਲ ਦੇ ਵਿੱਚ ਨਾਮ ਬੋਲਦਾ ਤੁਸੀਂ ਉਹਨਾਂ ਦੀ ਤਫਤੀਸ਼ ਕਰੋ ਤੁਸੀਂ ਉਹਨਾਂ ਨੂੰ ਫੜ ਕੇ ਦੇਖੋ ਕਰਪਸ਼ਨ ਸਾਡੇ ਲੁਧਿਆਣੇ ਵਿੱਚ ਇੱਕੋ ਹੀ ਮੰਤਰੀ ਹੈਗਾ ਜਿਹਨੇ ਦੁਨੀਆ ਦੀ ਸਭ ਤੋਂ ਵੱਡੀ ਕਰਪਸ਼ਨ ਲੱਖਾਂ ਕਰੋੜਾਂ 'ਚ ਕੀਤੀ ਹੈ ਉਹ ਕਿਹਨੇ ਚੈੱਕ ਕਰਨੀ ਹੈ ਜਾਂ ਹੋਰ ਉਹ ਤਾਂ ਸਾਨੂੰ ਪਤਾ ਕਿਉਂਕਿ ਅਸੀਂ ਨੇੜੇ ਬੈਠੇ ਹਾਂ ਹਰ ਇੱਕ ਇਹ ਸਰਕਾਰ ਪਿਛਲੀ ਦੇ ਵਿੱਚ ਕਰਪਸ਼ਨਾਂ ਦੇ ਰਿਕਾਰਡ ਟੁੱਟ ਗਏ। ये नहीं कि पहला पुरानी सरकारों ने घट की थी पर इन्होंने उन्होंने चंगा साबित कर दिता। तो हुण खदशा इसे गल का हो रहा है कि ये जी पार्टी हैगी है उन्होंने दोनों रवायती पार्टी को चंगा साबित करने के राह ना तुर पवे। इस करके साडा जिहड़ा हैगा इस गल नूं मैं 1 घंटा गल कर सकता होर विषयां ते जाके ठीक है पर पर्पज़ जिहड़ा है अज दा मैसेज देण दा हैगा कि साडा जिहड़ा पुलिस तंत्र है वो जाग पवे कोई शर्म कर ले माड़ी मोटी। उन्होंने घर भी बच्चे है उन्होंने घर भी धीआं भैणां हैगियां ना इत्थे जिहड़ियां रेप दी विक्टिम बैठियां बड़े इंटरस्टिंग मैं लुधियाने की गल दसदा 1.25 साल तो मैं खुद धरने से बैठा अज तक पहला सरकार कैप्टन साहब को टैची जाते रहे फिर चन्नी साहब आ गए चन्नी साहब को टैची जाते रहे ठीक है हुण कहते राघव चड्ढी को टैची चला गया महीना हो गया सरकार आई हुण क्यों नहीं फड़ते PO हो चुके हैं प्रॉपर्टी अटैचमेंट के आर्डर हो गए साढ़े को टाइम नहीं है क्योंकि घरों भजे हुए घरों तो हम भजे 4 दिन पहला तो जे गैंगस्टरां को कलकत्ते जाके फड़िया जा सकता है तो जो पॉलिटिशियन घरों भगौड़िया उन्होंने फड़न वास्ते कोई प्रॉब्लम है। तो गल की है गल इस तरह का हज़ारां करोड़ रुपया जो पैसा इकट्ठा किया हुआ एक दूजे को लुटते हैं ये जो भाईचारा है एक लिमिट तक इन्हों का अपना है जो लोड़ पैंती है फिर इनकी फाइलां बनदियां एक दूजे के ब्लैकमेल करने वास्ते इन्होंने सारिया दी फाइलां दिल्ली पईआं मोदी कोल। तो गल तो यह है भी इस हमाम च सारे लगे तो आप उम्मीद करते हैं कि आम आदमी पार्टी जी हैगी है शायद ये कुछ चंगा करूगी भगवंत मान वर्गे बंदे जोड़े है आने वाले समय के कुछ करनगे पर भगवंत मान की कमजोरी एक मंत्रिमंडल तो दिखाई दी है एक बंदा भी जोड़ा है कंसर्न नहीं है सारा कुछ दिल्लियों आया
कोई फैसला जो अज तक भगवंत मान का दिखाई दिता पंजाब के उत्ते इतने रेते का सीगा काम वो कोई फैसला नहीं लिया। बसां की सारी प्राइवेटेशन सारे इन्होंने पुराने रवायती पार्टियां के मालक ने ये बिजली तो इन्होंने सारा प्राइवेट किया हुआ किहड़ी चीज़ हैगी जिहड़ी इन्होंने छड्डी हुई है पंजाब की जिहड़ी कि वो मतलब ना कब्जा उत्ते कीता होवे। सारा पैसे का फ्लो जिहड़ा हैगा इन्हों के घरां 'च जांदा है ते स्टेट ने तो कर्जे में जाना ही है। जिहड़ा 3 लाख आप करते हैं 4 लाख तो टप गया तो जिहदियां रही सही फिगर कढ़िए तो 5 लाख के नेड़े चला जा रहा है। तो दिखाया कुछ होर जा रहा है, वाधा तुरया जा रहा है। 3500 करोड़ रुपया तो सरकार ने कहते इस महीने में गांह वधा लिया। पर जे ये कुछ ही करना है तो फिर मतलब तुहानूं चुनिया क्यों असीं? तो इस करके ये याद रखन इलैक्शन बड़े आने हैं। बाई इलैक्शन संगरूर का आया खड़ा, उस तो बाद कारपोरेशन के इलैक्शन आने हैं, उस तो बाद पंचायतों के इलैक्शन आने हैं, उस तो बाद जिहड़ा 24 के MP का इलैक्शन आना है। इन्ने जिहड़े ਪ੍ਰੀਖਿਆਵਾਂ ਦੇ ਵਿੱਚੋਂ सरकार ਨੂੰ लंघना बहुत औखा हो जाऊगा। अकाली इन्हों के खिलाफ, कांग्रेस इन्हों के खिलाफ देखने ਨੂੰ अंदरों नहीं लगता अज की डेट में। पर ਜਿਹੜੇ ਸਾਡੇ ਵਰਗੇ ਲੋਕ ਜਿਹੜੇ ਕਿ ਅਸੀਂ ਸਪੋर्ट करना सी ਜਾਂ देखना सी कि सरकार नवीं आई है, ਅਸੀਂ कुछ इन्हों का मोढे ਨਾਲ ਮੋਢਾ जोड़ सकीए, अज ਸਾਨੂੰ इन्हों ने 27वें दिन सामने बिठा लिया। तो ये फिर किवें किस तरीके ਨਾਲ चला ਲੈਣਗੇ? ਤੁਸੀਂ देखो मैं मीडिया बारे बहुत चंगे विचार नहीं रखता ਹੁੰਦਾ, ਮੈਨੂੰ कई बार चंगा भी नहीं कहा जाता भी मीडिया बारे भी बोलता। जे मीडिया साडा सिर होंदा तो ये लोग इत्थों तक नहीं पहुँच सकते सी। जो पंजाब का बर्बादी जी हैगी है, जो जिम्मेवारी हैगी है ना, मैं खुद लेना मैं किसी को कहने तो पहले मैं 32 साल पुलिस की नौकरी की है। पंजाब की बर्बादी असी सामने देखी, अपने वो हिस्सेदार भी रहे हैं। चुप रह के जां विच नाल शामिल हो के उवें मीडिया को भी अपनी जिम्मेवारी लेनी चाहिए कि पंजाब की बर्बादी करने में जिहड़े तुसीं लोग सामने बैठे हो, तुहाडा भी पूरे का पूरा योगदान है। जे इन्हां नूं उन्हां दे सामने फोटो उदों ही विखाई जाती कि तुसीं ये करदे हो, जो मैं गल कर रहा कि तुसीं, क्योंकि तुहाडे कोल तां फिर वो हैगा सारा कुछ अवेलेबल है। मैं तो तुहानूं इकट्ठे करके अपने सोर्सिस करके लिमिटेड ना बह के तुहाडे नाल गल कर रहा। जे मीडिया अज अपने जिहड़े हैगे फर्जां नूं अज ही जग लिया, अपने कोल गवाउण नूं की हैगा? असीं औलादां अपणियां नशिਆਂ ते ला लईआं, बाहर कर दित्तियां, ठीक है, पूरी ਦੀਆਂ पूरीਆਂ पीढ़ियां खा गई तुहाडे ये पॉलिटिशियन। ते तुहाडे वास्ते बचे कौन है? एक अनंतवीर बादल जम पिया अगले वास्ते, उधरों अर्जुन बादल जम पिया, उधरों नरवाण होरां दे घरे औलादां जम पईआं, ते बाकी ਦੀਆਂ चेयरमैनियां ते मंत्रियां दे घरे जम पे। इस वास्ते असीं पंजाबी बैठे, आही साडी औकात है। तो सो ये मीडिया जिहड़ा है बहुत बड़ा मतलब एक थंम है। ये मतलब मैं सारे मीडिया को बेनती करदा कि कोई वो नहीं होंदा कि किसी को सख्त लफ्ज़ां विच कह के एक नफरत का पात्र बनया जाए। मेरी हिरदे की पीड़ा है जिहड़ी मैं तुहाडे नाल साझी कर रहा, तुहाडे घर भी होनी चाहिए। हर एक बंदा जिहड़ा है वो अफेक्टेड है इस चीज़ तो। जे आप परसनली पासे हटिए तो कोई दसो मैनूं किहड़ा घर जे किसी के घर दे अग नहीं लगी हुई तो उहदे गुआंढ लगी हुई, रिश्तेदारी च लगी हुई, किसी भैन भरा दे लगी हुई, सारे असीं अफेक्टेड है। पर असीं बोलण की हिम्मत नहीं रखते। तो जोड़ा ताना बाना मौजूदा इस टाइम है, मैं पुलिस डिपार्टमेंट की नौकरी की है। बदकिस्मती ना 33-34 साल हो गए हैं। जोड़े अज की डेट सीनियर ब्यूरोक्रेट है तो सीनियर पुलिस अफसर है, एक नूं जानदा। दुख ना कहना पै रहा, मैं एक बंदे बारे भी तुहानूं कह नहीं सकता कि आह बंदा जे अगे लै आईए तो स्टेट का कुछ भला कर सके। इस तो माड़ी किस्मत कोई हो सकती किसी स्टेट जिहदी स्टेट के जिहड़े मालक ब्यूरोक्रेट्स है वो भी इन्ने सैल्फिश होण, पैसा लुटण तो इलावा दूजा काम ना जानते होण, ते उपर पॉलिटिशियन जिहड़ा बैठा है वह आए टैंपरेरी थोड़े वास्ते। तो बड़ी ही बैड स्टेट में जिहड़ी हैगी अपनी हालत में स्टेट हैगी है। ये जिहड़ा हैगा मतलब साडे कोल खुआउण नूं मतलब जिहड़ियां गिरजां ने खा लिया, उस तो बाद साडे कोल बचा कुछ नहीं हैगा। तो ये सरकार नूं तरस करना चाहिए। ये सरकार नूं असीं ये नहीं करन देवांगे, जां ये कुछ आवाज़ां जिहड़ियां हैगियां इन्हां नूं बंद करनियां पैणगीਆਂ जेलां ਵਿੱਚ सट के, जां कोई साडा होर इलाज करना पਊਗਾ। ਇਹ ਤੋਂ घੱट आवाज़ां बंद नहीं होणीਆਂ। वार्निंग दिंदे आ भगवंत मान की सरकार नूं, जे इन्हां ने एक भी एनकाउंटर के नाम पर साडे बच्चे का कतल किया बर्दाश्त नहीं करांगे। ऐसा जुलूस कढांगे, आपदे मरण तक लड़ाई लड़ांगे। ये मैसेज तो मैं ये देना चाहुंदा जिहड़ा अज पर्पस सीगा। ਜਿਹੜੇ ਸਾਡੇ ਪੁਲਿਸ ਅਫਸਰ ਹੈਗੇ ਉਹਨਾਂ ਦੇ ਜੇ ਮੈਂ ਗੱਲਾਂ ਕਰਨ ਲੱਗ ਜਾਵਾਂ ਤਾਂ ਫਿਰ ਤੁਸੀਂ ਬੱਕਿਓ ਬਰੇ ਅਜਾੜ ਹੀ ਹੈਗੇ ਆ। DGP ਸਾਹਿਬ ਕੱਲ ਪਰਸੋਂ ਕਹਿ ਰਹੇ ਸੀ 158 ਮਰਡਰ ਹੋਏ ਆ ਤੇ 6 ਮਰਡਰ ਵਿੱਚੋਂ ਸਿਰਫ ਗੈਂਗਸਟਰ ਨਾਲ ਕੰਸਰਨਡ ਹੈ। ਫਿਰ ਕੀ ਲੋੜ ਪੈ ਗਈ ਸੀ ਸਿੱਟ ਬਣਾਉਣ ਦੀ ਜੇ 6 ਹੀ ਸੀਗੇ ਤਾਂ? ਜੇ 6 ਹੀ ਬੰਦੇ ਗੈਂਗਸਟਰ ਨਾਲ ਕੰਸਰਨ ਹੋਏ ਤਾਂ ਫਿਰ ਕਾਹਦੇ ਵਾਸਤੇ ਇੱਕ ਐਡਾ ਵੱਡਾ ਖੜਾ ਕਰਤਾ ਇਨਫਰਾਸਟ੍ਰਕਚਰ? ਇਹਨਾਂ ਨੂੰ ਲਿਆਓ ਜੀ, ਸ਼ਿਕਾਰ ਕਰੋ ਇਹਨਾਂ ਦਾ, ਮਾਰੋ ਇਹਨਾਂ ਨੂੰ। ਸੋ ਬਹੁਤ ਗੱਲਾਂ ਹੈਗੀਆਂ, ਬੜੀਆਂ ਕਮਜ਼ੋਰੀਆਂ। ਮਜੀਠੀਆ जेल में बैठा है सब तो वड्डे क्राइम के जोड़ा साडा, ठीक है, वो बारगेनिंग चल रही है, ठीक है। पहला इन्होंने हिंट दिता वो रिमांड ना लैके, ठीक है। एडे वड्डे सिस्टम 6 करोड़ के 600 करोड़ के जोड़े ऑन रिकॉर्ड है जी फाइल जी जस्टिस बैंस की जी रिपोर्ट है हम ऑन रिकॉर्ड है। उसके बावजूद भी असीं रिमांड नहीं मंग रहे। तो DGP जो भावरा हम बैठा ये कराने में उदों सरकार नहीं सी, सरकार तो बाद बनी।
ਤੇ ਹੁਣ ਜਿਹੜੀ ਹੈਗੀ ਹੈ ਤਰੀਕਾਂ ਗਾਂਹ ਪੈ ਰਹੀਆਂ ਕਿਉਂਕਿ ਬਾਰਗੇਨਿੰਗ ਚੱਲ ਰਹੀ ਹੈ, ਹਜ਼ਾਰਾਂ ਕਰੋੜਾਂ ਦੀ ਬਾਰਗੇਨਿੰਗ ਹੋਊਗੀ ਦਿੱਲੀ, ਉੱਥੋਂ ਫਿਰ ਹੁਕਮ ਆ ਜਾਣਗੇ, ਫਿਰ ਕੋਰਟਾਂ ਦਾ ਨੰਬਰ ਆ ਜਾਊਗਾ, ਕੋਰਟਾਂ ਤੋਂ ਜੋ ਮਰਜ਼ੀ ਕਰਾ ਲਓ, ਹਾਈ ਕੋਰਟਾਂ ਸੁਪਰੀਮ ਕੋਰਟਾਂ ਇਹਨਾਂ ਨੇ ਆਪਣੇ ਮਤਲਬ ਨੂੰ ਵਰਤਣ ਨੂੰ ਰੱਖੀਆਂ ਹੋਈਆਂ, ਤੁਹਾਡੇ ਇਨਸਾਫ ਦੇਣ ਵਾਸਤੇ ਨਹੀਂ ਰੱਖੀਆਂ ਹੋਈਆਂ। ਤੋਂ ਇਸ ਕਰਕੇ ਉਹ ਮੈਂ ਕਰਦਾ ਮਤਲਬ ਇਹ ਦੇਖੋ ਤੁਸੀਂ ਥੋੜੀ ਬੈਡ ਸਟੇਟ ਹੋਰ ਦੇਖੋ, ਅਸੀਂ ਕਿਹਦੇ ਕੋਲ ਜਾਵਾਂਗੇ, ਅਸੀਂ ਕੋਰਟਾਂ ਕੋਲ ਜਾਂਦੇ, ਅਸੀਂ ਹੁਣ ਭੁਗਤ ਭੋਗੀ ਰਹੇ ਹਾਂ, ਸੋਚਦੇ ਸੀ ਕਿਤੇ ਇਨਸਾਫ ਕੋਰਟਾਂ 'ਚ ਮਿਲ ਜੂਗਾ, ਕੋਰਟਾਂ ਵਿੱਚ ਵੀ ਕੁਝ ਨਹੀਂ, ਕੋਰਟਾਂ ਤਾਂ ਬਿਲਕੁਲ ਹੀ ਜਿਹੜੀਆਂ ਇਹਨਾਂ ਦੇ ਸਰੈਂਡਰ ਹੀ ਕਰਦੀਆਂ। ਮੇਰੇ ਕੇਸ ਦੇ ਵਿੱਚ ਫਿਰ ਮਤਲਬ ਇੱਕ ਹਾਈ ਕੋਰਟ ਦੇ ਜੱਜ ਦੀ ਡਾਇਰੈਕਟ ਇਨਵੋਲਵਮੈਂਟ ਕਰਕੇ ਉਹਨੇ ਮੈਨੂੰ ਡਿਸਮਿਸ ਕਰਾਇਆ, ਪਰਸਨਲੀ ਮੈਂ ਜਾਊਂਗਾ, ਉਹ ਆਪ ਘਰੇ ਬੈਠਾ ਡਿਸਮਿਸ ਹੋ ਕੇ, ਇੱਥੇ ਹੀ ਜਿਹੜਾ ਰੱਬ ਦਾ ਇਨਸਾਫ ਹੈ ਇੱਥੇ ਹੀ ਹੈਗਾ। ਤਾਂ ਸੋ ਬੇਨਤੀ ਇਹ ਹੈਗੀ ਕਿ ਸਾਡੀ ਸਟੇਟ ਦਾ ਬਹੁਤ ਮਾੜਾ ਹਾਲ ਹੈ। ਇਸ ਮਾਮਲੇ ਵਿੱਚ ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦਾ, ਜਿਹੜੇ ਬੱਚੇ ਮੈਂ ਅੱਜ ਆਪਣੀ ਪੋਸਟ ਵਿੱਚ ਪਾਇਆ ਗੈਂਗਸਟਰ ਬਣਾ ਕੇ ਘਰਾਂ ਚੋਂ ਕੱਢੇ ਗਏ ਹੈ, ਭੱਜੇ ਹੋਏ ਹੈ, ਕਿਰਪਾ ਕਰਕੇ ਸਾਡੇ ਨਾਲ ਕੰਟੈਕਟ ਕਰ ਲੈਣ, ਮੇਰੇ ਨਾਲ ਕੰਟੈਕਟ ਕਰ ਲੈਣ। ਨੰਬਰ ਮੈਂ ਆਪਣਾ ਹਰ ਥਾਂ 'ਤੇ ਪਾਇਆ ਹੋਇਆ, ਬੋਲ ਕੇ ਵੀ ਦੱਸ ਦਿੰਦੇ ਹੈਗੇ ਆ, 9779682287। ਇਸ ਨੰਬਰ 'ਤੇ ਕੰਟੈਕਟ ਕਰ ਲਓ, ਜਿਹੜਾ ਮਰਜ਼ੀ ਕੈਟਾਗਰੀ ਦਾ ਗੈਂਗਸਟਰ ਆਇਆ ਮੇਰੇ ਨਾਲ ਕੰਟੈਕਟ ਕਰੋ, ਅਸੀਂ ਆਵਾਂਗੇ, ਅਸੀਂ ਪੇਸ਼ ਕਰਾਂਗੇ, ਇਹਨਾਂ ਦੀ ਹਿੰਮਤ ਵੇਖ ਲਾਂਗੇ ਜੇ ਉਦੋਂ ਬਾਅਦ ਕੋਈ ਇਨਕਾਊਂਟਰ ਹੋਊਗਾ ਕਿਸੇ ਨੂੰ। ਇਹ ਕਰ ਹੀ ਨਹੀਂ ਸਕਦੇ, ਇਹ ਕਮਜ਼ੋਰ ਤੇ ਥੋਥੇ ਲੋਕ ਹੈ, ਇਹ ਬਿਲਕੁਲ ਡਰਿਆਂ ਨੂੰ ਡਰਾਉਂਦੇ ਆ। ਇਹ ਸਾਰੀ ਲੜਾਈ ਦਾ ਨਿਚੋੜ ਜਿਹੜਾ ਇਹ ਇੱਥੋਂ ਨਿਕਲਿਆ ਆ ਕੇ ਇਹਨਾਂ ਦੇ ਅੱਗੇ ਜੇ ਨਾ ਬੋਲੀਏ, ਇਹਨਾਂ ਦੇ ਅੱਗੇ ਥੱਲੇ ਬੋਲੀਏ, ਫਿਰ ਇਹ ਜੋ ਮਰਜ਼ੀ ਕਰੀ ਜਾਂਦੇ ਆ। ਜੇ ਇਹਨਾਂ ਦੇ ਸਾਹਮਣੇ ਖੜੇ ਹੋਈਏ ਫਿਰ ਇਹ ਬਿਲਕੁਲ ਕਮਜ਼ੋਰ ਨੇ। ਉਹਦੇ ਸਾਹਮਣੇ ਤੁਹਾਡੇ ਸਾਹਮਣੇ ਮੈਂ 4 ਸਾਲ ਠੀਕ ਹੈ ਪਹਿਲੀ ਸਰਕਾਰ ਦੇ ਸਾਹਮਣੇ ਖੜਾ ਰਿਹਾ, ਕੁਛ ਨਹੀਂ, ਇੱਕ ਨੌਕਰੀ ਮੇਰੀ ਲਈ ਇਹਨਾਂ ਨੇ, ਠੀਕ ਹੈ, ਜੋ ਆ ਬਾਕੀ ਦੇ ਹਾਲਾਤ ਕ੍ਰੀਏਟ ਕੀਤੇ। ਤਾਂ ਬੇਟਾ ਵੀ ਮੇਰਾ ਇੱਥੇ ਬੈਠਾ 4 ਸਾਲ ਬਾਅਦ ਵਾਪਸ ਆਇਆ ਅੱਜ, ਠੀਕ ਹੈ, 4 ਸਾਲ ਬਾਅਦ ਅਮਰੀਕਾ ਤੋਂ ਵਾਪਸ ਬਨਵਾਸ ਕੱਟ ਕੇ ਆਇਆ। ਕੋਈ ਇੰਜੋਏ ਕਰਨੀ ਗਿਆ, ਅਸੀਂ ਟਰੱਕ ਚਲਾਉਂਦਾ ਸੀ ਉੱਥੇ, ਕਿਉਂਕਿ ਇੱਥੇ ਮਰਵਾ ਦਿੰਦੇ, ਨਾ ਮਰਵਾਉਂਦੇ ਤਾਂ ਕਿਸੇ ਕਤਲ ਕੇਸ 'ਚ ਕਿਸੇ ਹੋਰ ਡਰੱਗ 'ਚ ਉਲਝਾ ਦਿੰਦੇ। ਉਹ ਅਸੀਂ ਵੀ ਪੇਰੈਂਟਸ ਦੇ ਤੌਰ 'ਤੇ ਪੀੜਾ ਨੂੰ ਭੁਗਤ ਰਹੇ ਹਾਂ। ਇਸ ਕਰਕੇ ਹੁਣ ਇਹ ਵੀ ਦੱਸ ਦਿੰਦਾ ਵੀ ਇੱਥੇ ਹੀ ਹੈ, ਜੇ ਹੁਣ ਕਿਸੇ ਨੇ ਕਾਰਵਾਈ ਕਰਨੀ ਹੋਵੇ ਤਾਂ ਅੱਜ ਕੱਲ੍ਹ ਸੌਫਟ ਟਾਰਗੇਟ ਮੇਰੀ ਫੈਮਿਲੀ 'ਚ ਵੀ ਹੈਗਾ। ਸੋ ਗੱਲਾਂ ਜਿੰਨੀ ਦੂਰ ਤੱਕ ਮਰਜ਼ੀ ਲੈ ਜਾਈਏ, ਬਹੁਤ ਲੰਮੀਆਂ ਲੜਾਈਆਂ ਲੜਾਂਗੇ, ਪਛਤਾਤਾਪ ਕਰ ਰਹੇ ਹਾਂ, ਠੀਕ ਹੈ, ਗੁਨਾਹਗਾਰ ਆਪਦੇ ਗੁਨਾਹਾਂ ਦਾ। ਅਸੀਂ ਲੋਕ ਜਿਹੜੇ ਬੈਠੇ ਆ, ਅਸੀਂ ਗੁਨਾਹਗਾਰ ਹੈ। ਇੱਥੇ ਜਿਹੜੇ ਲੋਕ ਤੁਹਾਡੇ ਸਾਹਮਣੇ 50 ਸਾਲ ਤੋਂ ਉਮਰ ਦੇ ਘੱਟ ਦੇ ਬੈਠੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਜਿਹੜਾ ਉਸ ਤੋਂ ਉੱਪਰ ਦੀ ਉਮਰ ਦਾ ਬੈਠਾ ਆਦਮੀ ਹੈ, ਉਹ ਰੋਟੀ ਖਾਂਦਾ ਨਾ ਤੋਂ ਜ਼ਹਿਰ ਖਾਂਦਾ, ਉਹਨੇ ਆਪਦੀ ਔਲਾਦ ਵੀ ਮਾਰੀ, ਉਹਨੇ ਪੰਜਾਬ ਵੀ ਮਾਰਿਆ, ਉਹਨੇ ਹਰ ਚੀਜ਼ ਦਾ ਨੁਕਸਾਨ ਕੀਤਾ। ਚੁੱਪ ਰਹਿ ਕੇ, ਅੱਖਾਂ ਬੰਦ ਕਰਕੇ, ਉਹ 'ਚ ਸਾਡਾ ਸਾਹਿਤਕਾਰ ਆ ਬੜੇ ਬੜੇ ਨਾਮ ਜਿਹੜੇ ਹੈਗੇ ਆ, ਪੋਇਟਰਾਂ ਦੇ ਅਤੇ ਹੋਰ ਜਿਹੜੇ ਅਖੌਤੀ ਜਿਹੜੇ ਕਿਤਾਬਾਂ ਕਲਮਾਂ ਵਾਲੇ, ਸਾਰੇ ਦੇ ਸਾਰੇ ਰਲੇ ਹੋਏ ਆ। ਕੋਈ ਇੱਕ ਅੱਧਾ ਹੀ ਬਚਿਆ ਹੁੰਦਾ, ਠੀਕ ਹੈ, ਤਾਂ ਬੜਾ ਹੀ ਮਤਲਬ ਕੋਈ ਕਹਿ ਸਕਦੇ ਸਰ। ਤੋ ਇੱਕ ਪੁਲਿਸ ਅਫਸਰ, ਇੱਕ ਬਦਨਾਮ ਮਹਿਕਮੇ ਨੂੰ ਬਿਲੋਂਗ ਕਰਦਾ ਆਦਮੀ ਮੇਰੇ ਵਰਗਾ, ਠੀਕ ਹੈ, ਉਹ ਅੱਜ ਉਹ ਲੜਾਈ ਲੜ ਰਿਹਾ ਜਿਹੜੀ ਇਹਨਾਂ ਲੋਕਾਂ ਨੂੰ ਲੜਨੀ ਚਾਹੀਦੀ ਸੀ। ਤੋ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਟੇਟ ਦੇ ਇਹਦੇ ਵਾਸਤੇ। ਹੁਣ ਵੀ ਜੇ ਜਾਗੀਏ ਤਾਂ ਜਿਹੜਾ ਹੈਗਾ ਉਦੋਂ ਸਵੇਰਾ ਹੀ ਹੁੰਦਾ। ਤੇ ਅਸੀਂ ਤਾਂ ਜਿੰਨਾ ਚਿਰ ਜਾਗਦੇ ਹਾਂ ਉਹ ਕਬੂਲ ਕਰਦੇ ਹਾਂ ਕਿ ਇਹ ਜਿਹੜਾ ਗੁਨਾਹ ਜਿਹੜੇ ਹੋਏ ਆ ਸਾਡੀ ਹਾਜ਼ਰੀ ਵਿੱਚ ਹੋਏ ਆ। ਅਸੀਂ ਬਾਕੀ ਬਚਦੀ ਲਾਈਫ ਦੇ ਵਿੱਚ ਇਸ ਤੋਂ ਬਾਅਦ ਮੌਤ ਵੱਲ ਹੀ ਜਾ ਰਹੇ। ਜੇ ਇਹ ਨਾ ਮਾਰਨਗੇ ਫਿਰ ਕਿਹੜਾ ਬੈਠੇ ਰਹਿਣਾ ਇੱਥੇ। ਸਾਰੇ ਲੋਕ ਇਹ ਸੋਚ ਲੈਣ। ਪੈਨਸ਼ਨਾਂ ਦੀ ਗੱਲਾਂ ਕਰਦੇ ਆ, ਵਿੱਚੋਂ ਗੱਲ ਆ ਜਾਂਦੀ ਹੈ ਕਿਸ ਚੀਜ਼ ਦੀਆਂ ਪੈਨਸ਼ਨਾਂ ਲੈਂਦਾ ਸਾਡਾ ਅਫੀਸਰ ਮਹਿਕਮਾ। ਪੰਜਾਬ ਦੇ ਜਿਹੜੇ ਰਿਟਾਇਰਡ ਅਫਸਰ ਹੈ, ਛੱਡੋ ਪੋਲੀਟਿਸ਼ਨ ਨੂੰ, ਆਪਾਂ ਪੋਲੀਟੀਸ਼ਨਾਂ ਦਾ ਬਹੁਤਾ ਵੱਲ ਆਉਂਦੇ ਹਾਂ, ਉਹ ਤਾਂ ਹੈਗੀ ਨਜਾਇਜ਼ ਹੈ। ਜਿਹੜੇ ਗਜ਼ਟਡ ਅਫੀਸਰ ਰਿਟਾਇਰਡ ਨੇ ਪੰਜਾਬ ਦੇ, ਕਿਸ ਚੀਜ਼ ਦੀ ਪੈਨਸ਼ਨ ਲੈਂਦੇ ਆ? ਪੰਜਾਬ ਦੀ ਬਰਬਾਦੀ ਦੀ। ਕੀ ਯੋਗਦਾਨ ਹੈ ਪੰਜਾਬ ਦੇ ਵਿੱਚ? ਇਹਨਾਂ ਨੂੰ ਤਾਂ ਇਹਨਾਂ ਦੇ ਤਨਖਾਹਾਂ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਟੈਕਸ ਕਰਕੇ ਕੱਟ ਲੈਣੀਆਂ ਚਾਹੀਦੀਆਂ। ਤੋ ਇਸ ਕਰਕੇ ਬਹੁਤ ਜਿਹੜੇ ਟੌਪਿਕ ਹੈਗੇ ਜਿਨ੍ਹਾਂ 'ਤੇ ਆਪਾਂ ਫਿਰ ਵੀ ਕਦੇ ਗੱਲ ਕਰਦੇ ਰਹਾਂਗੇ। ਅੱਜ ਵੀ ਜਿਹੜਾ ਹੈ ਕੁਛ ਚੀਜ਼ਾਂ ਹਟ ਕੇ ਕਹੀਆਂ ਗਈਆਂ, ਪਰ ਕਹਿਣੀਆਂ ਜ਼ਰੂਰੀ ਸੀ। ਪਰਪਸ ਇਹੀ ਸੀਗਾ ਕਿ ਅਸੀਂ ਆਪਣੀ ਨੌਜਵਾਨੀ ਦਾ ਕਾਣ ਇਸ ਭਗਵੰਤ ਮਾਨ ਸਰਕਾਰ ਨੂੰ, ਕਿ ਜਿਸ ਦਾ ਅਸਲੀ ਮਾਲਕ ਕੇਜਰੀਵਾਲ ਹੈ, ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇੱਕ ਐਕਸ਼ਨ ਕਰਕੇ ਵੇਖੋ, ਫਿਰ ਅਗਲਾ ਐਕਸ਼ਨ ਸਾਡਾ ਵੇਖਿਆ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। 5-7 ਮਿੰਟ ਦੇ ਵਿੱਚ ਤੁਸੀਂ ਜੋ ਕਿਸੇ ਦੇ ਵੀ ਮਨ ਦਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਸਾਂਝਾ ਕਰ ਸਕਦੇ ਹੋ। ਬਹੁਤ ਮਿਹਰਬਾਨੀ ਸਰ। ਠੀਕ ਹੈ, ਜਿਹੜੀ ਉਹਨਾਂ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ, ਉਹਦਾ ਫਾਇਦਾ ਨਹੀਂ ਕੋਈ ਅਫਸਰ ਪਹਿਲਾਂ ਵੀ ਹੋਈ ਸੀ, ਹੁਣ ਵੀ ਹੋਈ ਨੇ। ਜਿਹੜੀ ਓਪੂ ਪਹਿਲਾਂ ਕੰਮ ਕਰ ਰਹੀ ਸੀ, ਉਹਦੇ ਕੰਮ 'ਚ ਕੋਈ ਕਮੀ ਸੀ ਜੋ ਉਹਨੇ ਨਵੀਂ ਬਣਾਉਣੀ ਪਈ ਹੈ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪਾਰਟਮੈਂਟ ਦੇ ਤੁਹਾਡੇ ਕੁਐਸਚਨ 'ਚ ਤੁਹਾਡਾ ਆਨਸਰ ਇਹੀ ਗੱਲ ਤਾਂ ਮੈਂ ਕਹਿ ਰਿਹਾ। ਗੱਲ ਤਾਂ ਨਬਜ਼ ਫੜਨ ਦੀ ਹੈਗੀ ਹੈ, ਗੱਲ ਤਾਂ ਇਹਦੇ ਪਿੱਛੇ ਜਾਣ ਦੀ ਹੈ, ਗੱਲ ਤਾਂ ਬੈਨੀਫਿਸ਼ਰੀ ਲੱਭਣ ਦੀ ਹੈ ਵੀ ਕਿਉਂ ਵਾਪਰ ਕਿਉਂ ਰਿਹਾ। ਠੀਕ ਹੈ, ਓਕੂ ਵੀ ਬਣੀ ਹੋਈ ਸੀ, ਜੋ ਕੁਝ ਕਰੀ ਜਾਂਦੀ, ਕੋਈ ਤੈਅ ਤਾਂ ਨਹੀਂ ਗਿਆ ਅੱਜ ਤੱਕ, ਕਿਸੇ ਨੇ ਇਹਦਾ ਨਹੀਂ ਦੱਸਿਆ ਵੀ ਕਿਉਂ ਹੋਇਆ ਇਹ। ਪਰਪਸ ਜਦੋਂ ਇਸ ਪਾਸੇ ਚੱਲ ਪਊਗਾ ਫਿਰ ਸਾਰਾ ਕੁਝ ਸਪਸ਼ਟ ਹੋ ਜਾਊਗਾ। ਪਰ ਕਿਉਂ ਨਹੀਂ ਜਾਂਦਾ? ਕਿਉਂਕਿ ਕੌਣ ਨੇ ਲੋਕ? ਜਿੰਨਾ ਚਿਰ ਇਹ ਲੋਕ ਜਿਹੜੇ ਹੈਗੇ ਆ ਥੱਲੇ ਨਹੀਂ ਆਉਂਦੇ, ਥੱਲੇ ਜਦੋਂ ਆਉਂਦੇ ਉਦੋਂ ਜਿਹੜੇ ਉੱਪਰ ਆ ਜਾਂਦੇ ਉਹ ਭੁੱਲ ਜਾਂਦੇ ਵੀ ਅਸੀਂ ਕਿਸ ਕੰਮ ਵਾਸਤੇ ਆਏ ਸੀ। ਅੱਜ ਇਹ ਸਰਕਾਰ ਨੂੰ ਕੀ ਪ੍ਰੋਬਲਮ ਹੈ?
ਬਿਠਾਵੇ ਇਨਕੁਆਰੀਆਂ ਕਰੇ ਨਾ ਹੀ ਅਫਸਰਾਂ ਤੋਂ ਪੁੱਛਿਆ ਕੁਝ ਕਿਹੜੇ ਪੰਜਾਬ ਦੇ ਕਿਹੜੇ ਪੁਲਿਸ ਅਫਸਰ ਨੂੰ ਨਹੀਂ ਪਤਾ ਕਿ ਇਹਦੇ ਕੀ ਹੁੰਦਾ। ਮੈਂ ਤਾਂ ਹੀ ਕੁੰਵਰ ਵਿਜੇ ਪ੍ਰਤਾਪ ਜੀ ਬਾਰੇ ਕਿਹਾ ਸੀ ਵੀ ਉਹ ਘੱਟੋ ਘੱਟ ਜੇ ਬੋਲੇ ਆਓ ਪਰਸੋਂ ਥੋੜ੍ਹਾ ਬਹੁਤ ਬੋਲੇ ਵੀ ਸ਼ਾਇਦ ਉਸ ਤੋਂ ਬਾਅਦ ਉਹ ਠੀਕ ਹੈ ਵੀ ਹੋਰ ਤੁਹਾਡੇ ਤੋਂ ਕਰਾਉਣਾ ਵੀ ਕੀ ਹੈ। ਅਸੀਂ ਤੁਸੀਂ ਪੁਲਿਸ ਅਫਸਰ ਰਹੇ, ਤੁਸੀਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਕਹਿੰਦੇ ਹੋ ਤੁਹਾਨੂੰ ਕਰਨ ਨਹੀਂ ਕਰਨ ਦਿੱਤਾ ਗਿਆ। ਹੁਣ ਤਾਂ ਤੁਸੀਂ ਪੋਲੀਟੀਸ਼ੀਅਨ ਹੋ, ਹੁਣ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੇ ਚੁਣੇ ਹੋਏ ਆ, ਹੁਣ ਕੀ ਦਿੱਕਤ ਹੈਗੀ ਹੈ? ਹੁਣ ਆਪਾਂ ਗੱਲ ਕਰ ਲਈਏ। ਤੋ ਇਸ ਕਰਕੇ ਮਤਲਬ ਜਿਹੜਾ ਹੈਗਾ ਆਉਣ ਵਾਲਾ ਸਮਾਂ ਤੋ ਇਸ ਕਰਕੇ ਜਿਹੜਾ ਹੈਗਾ ਜਿਹੜਾ ਆਉਣ ਵਾਲਾ ਵਕਤ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਤੁਸੀਂ ਕੁਐਸਚਨ ਕੀਤਾ ਕੋਈ ਦਿੱਕਤ ਨਹੀਂ ਹੈਗੀ। ਇੱਥੇ ਦਿੱਕਤ ਅਸਲ ਚੀਜ਼ ਤੇ ਜਿਹੜਾ ਆਪਾਂ ਡਿਗਿੰਗ ਕਰਨੀ ਉਹ ਠੀਕ ਜਗ੍ਹਾ ਡਿਗਿੰਗ ਕਰਨ ਦੀ ਹੈ। ਅਸੀਂ ਉਹ ਡਿਗਿੰਗ ਕਰ ਰਹੇ ਹਾਂ ਜਿਹੜੀ ਲੋਕਾਂ ਨੂੰ ਹੁਣ ਤੱਕ ਵਿਖਾਉਂਦੇ ਅਸੀਂ, ਅਦਰਵਾਈਜ਼ ਉਹਦੇ ਵਿੱਚ ਕੁਝ ਨਹੀਂ ਨਿਕਲਣਾ। ਇਸ ਪਾਸੇ ਸਭ ਕੁਝ ਹੈ ਜਿੱਥੇ ਹੁਣ ਤੱਕ ਡਿਗਿੰਗ ਕੀਤੀ ਨਹੀਂ ਗਈ ਤੇ ਇਹੀ ਲੋਕ ਹੀ ਕਰ ਸਕਦੇ ਆ। ਸਭ ਪਤਾ ਹੈ ਅੱਜ ਦੀ ਡੇਟ ਵਿੱਚ ਮੈਂ ਉਦੋਂ ਗੱਲ ਸ਼ਾਇਦ ਮੈਂਸ਼ਨ ਕਰਨੀ ਭੁੱਲ ਗਿਆ ਹਾਂ। ਤੁਹਾਨੂੰ ਦੱਸ ਦਿਆਂ ਕਿ ਜਦੋਂ ਇਹ ਕੈਪਟਨ ਸਰਕਾਰ ਬਦਲੀ ਹੈ ਉਸ ਤੋਂ ਬਾਅਦ ਇਹ ਜਿਹੜਾ ਪੂਰਾ ਨਿਜ਼ਾਮ ਸੀ ਜਿਹੜਾ ਚਿੱਟੇ ਦਾ ਇੱਕਦਮ ਬਦਲ ਕੇ ਅਫਸਰਾਂ ਦੇ ਹੱਥ 'ਚ ਆ ਗਿਆ। ਚੰਨੀ ਸਰਕਾਰ ਤਾਂ ਹੈ ਹੀ ਕੋਈ ਨਹੀਂ ਸੀ। ਉਦੋਂ ਬਾਅਦ ਲੋਕਲ ਇਲੈਕਸ਼ਨ ਕਮਿਸ਼ਨ ਆ ਗਿਆ ਤੇ ਇਹਨਾਂ ਦੇ ਦਿਮਾਗ 'ਚ ਨਹੀਂ, ਇਹਨਾਂ ਨੂੰ ਪਤਾ ਨਹੀਂ ਰਾਮ ਕਹਾਣੀ ਕੀ ਹੈ। ਜੇ ਪਤਾ ਹੈ ਤਾਂ ਚਲੋ ਸਾਹਮਣੇ ਆ ਜੂਗੀ ਸਾਰੀ ਗੱਲ। ਤੋਂ ਪਿਛਲੇ ਘੱਟੋ ਘੱਟ 6-7 ਮਹੀਨਿਆਂ ਤੋਂ ਅਫਸਰ ਇੰਜੋਏ ਕਰ ਰਹੇ ਇਸ ਮੇਲੇ ਨੂੰ। ਜਿਹੜਾ ਉਹਨਾਂ ਨੂੰ ਪਤਾ ਸੀ ਕਿੱਥੇ ਕਿੱਥੇ ਕੀ ਜਾ ਰਿਹਾ, ਉਹ ਸਪਲਾਈ ਲਾਈਨ ਬੰਦ ਹੋ ਗਈ। ਇਹਨਾਂ ਦੇ ਹਜ਼ਾਰਾਂ ਕਰੋੜ ਰੁਪਇਆ ਪੁਲਿਸ ਅਫਸਰਾਂ ਦੇ ਘਰਾਂ 'ਚ ਵੜਿਆ ਪਿਛਲੇ 6 ਮਹੀਨਿਆਂ 'ਚ ਡਰੱਗ ਦੇ ਪੈਸੇ ਦਾ। ਠੀਕ ਹੈ, ਬਹੁਤ ਕੌੜੇ ਸੱਚ ਹੈ, ਮੈਨੂੰ ਪਤਾ ਬਹੁਤ ਮਹਿੰਗੇ ਪੈਣਗੇ ਬੋਲਣੇ, ਪਰ ਕੋਈ ਗੱਲ ਨਹੀਂ, ਕਿਸੇ ਨੇ ਤਾਂ ਬੋਲਣਾ ਹੀ ਹੈ। ਨਹੀਂ ਕੋਈ ਬੋਲੂਗਾ ਕੋਈ ਨਹੀਂ, ਪਰ ਜੋ ਸੱਚ ਹੈ ਉਹ ਬਿਲਕੁਲ ਇਹ ਨਹੀਂ ਹੈ। ਤੁਹਾਡਾ ਕੋਈ ਅਕਾਊਂਟ ਨਹੀਂ ਹੋਊਗਾ, ਪਰ ਇਹਦੇ ਵਿੱਚ ਪੋਸੀਬਿਲਿਟੀ ਕੀ ਆ? ਪੁਲਿਸ ਤੇ ਭਰੋਸਾ ਕਿਉਂ ਕਰਨਾ? ਕਈ ਵਾਰ ਚਰਚਾਵਾਂ ਹੁੰਦੀਆਂ ਕਿ ਟਰੈਪ ਨਾਲ ਨੌਜਵਾਨਾਂ ਨੂੰ ਬੁਲਾ ਕੇ ਵਿੱਕੀ ਕਾਊਂਟਰ ਵਾਲੇ ਮਾਮਲੇ ਦੇ ਵਿੱਚ ਵੀ ਉਹ ਕੁਛ ਹੋਇਆ ਸੀ, ਉਹਨੂੰ ਕਤਲ ਕਰ ਦਿੱਤਾ ਗਿਆ, ਉਹਦੇ ਦਾ ਐਨਕਾਊਂਟਰ ਹੋ ਗਿਆ। ਫਿਰ ਉਹ ਨੌਜਵਾਨ ਭਰੋਸਾ ਕਿਉਂ ਕਰਨ ਪੁਲਿਸ ਕਾਊਂਟਰ ਤੇ? ਛੋਟੇ ਭਾਈ ਇਹਨਾਂ ਤਾਂ ਉਹ ਅਪੀਲ ਵੀ ਨਹੀਂ ਕੀਤੀ। ਤੁਸੀਂ ਇਹ ਤਾਂ ਉਹ ਵੀ ਇਹਨਾਂ ਤਾਂ ਉਹ ਵੀ ਨਹੀਂ ਕਿਹਾ, ਇਹੀ ਕਹਿ ਲੈਂਦੇ। ਹਾਂ ਤਾਂ ਨਾਰਾ ਹੀ ਲੱਗਦਾ ਵੀ ਕੋਈ ਗੌਰਮੈਂਟ ਚਾਹੁੰਦੀ ਹੈ ਵੀ ਭਾਈ ਤੁਹਾਨੂੰ ਵਾਪਸ ਲੈ ਆਈਏ, ਉਹ ਤਾਂ ਗੱਲ ਫਿਰ ਆਊਗੀ ਨਾ ਜੇ ਕੋਈ ਕਹੂਗਾ ਤਾਂ ਫਿਰ ਪਿੱਛੇ ਕੋਈ ਟਰੈਪ। ਇਹਨਾਂ ਨੇ ਤਾਂ ਕਿਹਾ ਹੀ ਨਹੀਂ, ਇਹਨਾਂ ਤਾਂ ਸਿੱਧੇ ਆਰਡਰ ਫਰਮਾਨ ਜਾਰੀ ਕਰਤੇ ਵੀ ਮਾਰ ਦਿਓ, ਲਿਆਓ ਲੱਭ ਕੇ ਕਤਲਾਂ ਦੇ ਇਹਨਾਂ ਨੂੰ ਲੱਭਣ ਜਾਵਾਂਗੇ ਤੇ ਬਾਰੇ ਜਾਵਾਂਗੇ। ਇੱਕ ਐਨਕਾਊਂਟਰ ਜਗਰਾਉਂ 'ਚ ਹੋਇਆ ਸੀ, 2 ਪੁਲਿਸ ਅਫਸਰ ਸਾਡੇ ਮਰ ਗਏ ਸੀ, ਮੈਨੂੰ ਵੀ ਬੜਾ ਅਫਸੋਸ ਹੈ। ਉਹ ਹੁੰਦੀਆਂ ਮਤਲਬ ਅਸਲ ਚੀਜ਼ਾਂ ਜਦੋਂ ਹੁੰਦੀਆਂ ਫਿਰ ਜਦੋਂ ਨੁਕਸਾਨ ਹੁੰਦੇ ਆ, ਜਦੋਂ ਤੁਸੀਂ ਵਨ ਸਾਈਡਡ ਸ਼ਿਕਾਰ ਖੇਡ ਕੇ ਕਿਸੇ ਨੂੰ ਮਾਰਦੇ ਆ। ਸੰਵਿਧਾਨ ਇਹ ਨਹੀਂ ਕਹਿੰਦਾ। ਅਸੀਂ ਪੁਲਿਸ ਦੀ ਨੌਕਰੀ ਕੀਤੀ, ਅੱਤਵਾਦ 90 ਵਿੱਚ ਭਰਤੀ ਹੈ, ਬਹੁਤ ਕੁਝ ਦੇਖਿਆ, ਜਿਹੜੀਆਂ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਪਰ ਉਹ ਵਾਰ ਲਾਈਕ ਕੰਡੀਸ਼ਨਸ ਪੰਜਾਬ 'ਚ ਹੁਣ ਨਹੀਂ ਹੈਗੀਆਂ। ਠੀਕ ਹੈ, ਉਹ ਚੀਜ਼ਾਂ ਹੁਣ ਨਹੀਂ ਚੱਲ ਸਕਦੀਆਂ। ਤਾਂ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਨਾ ਅਪੀਲ ਕਰਨੀ ਹੈ, ਅਸੀਂ ਅਪੀਲ ਕਰਦੇ ਹਾਂ। ਸਾਨੂੰ ਤਾਂ ਕੋਈ ਨਹੀਂ ਹੈਗਾ, ਸਾਡੇ 'ਤੇ ਤਾਂ ਬਲਵਿੰਦਰ ਸਿੰਘ ਦੇਖੋ ਨੇ ਤਾਂ ਕੋਈ ਕਿਸੇ ਦਾ ਬੱਚਾ ਮਰਾ ਕੇ ਕੁਝ ਨਹੀਂ ਲੈਣਾ, ਅਸੀਂ ਤਾਂ ਬਚਾਉਣ ਪਿੱਛੇ ਬੈਠੇ ਹਾਂ। ਮੇਰੇ ਕੋਲ ਵੀ ਆਪਣੇ ਘਰ ਰੋਟੀ ਖਾਣ ਜੋਗੇ ਤਾਂ ਫਿਰ ਪੈਸੇ ਹੈਗੇ, ਜੇ ਆਹ ਕੰਮ ਨਾ ਕਰਨਾ ਹੋਵੇ ਮੈਂ ਕੀ ਖੱਟ ਰਿਹਾ ਇਹਦੇ ਵਿੱਚੋਂ। ਸਾਰਿਆਂ ਨੇ ਲਾਲਚ ਦਿੱਤੇ, ਸਭ ਨੇ ਡਰਾਇਆ, ਸਭ ਕੁਝ ਕੀਤਾ। ਹੁਣ ਤੱਕ ਇਹਨਾਂ ਨੇ ਪਿਛਲੀ ਸਰਕਾਰ ਕੋਈ ਘੱਟ ਸੀ, 4 ਸਾਲ ਲੜੇ ਕੈਪਟਨ ਅਮਰਿੰਦਰ ਸਿੰਘ ਨਾਲ, ਕੋਈ ਉਹਨਾਂ ਨੇ ਘੱਟ ਕੀਤੀ ਹੋਊਗੀ। ਉਹ ਇਹ ਕੁਦਰਤ ਨਾਲ ਹੈ, ਪਰਮਾਤਮਾ ਨਾਲ ਹੈ, ਕਿਉਂਕਿ ਲੜਾਈ ਜਿਹੜੀ ਹੈਗੀ ਹੈ, ਸੰਘਰਸ਼ ਜਿਹੜਾ ਹੈਗਾ ਇਹ ਲੋਕ ਹਿੱਤ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਟਿਕਟਾਂ ਲੈ ਲੈਂਦੇ 92 'ਚ 93 'ਚ ਮੈਂ ਵੀ ਹੋਣਾ ਸੀਗਾ, ਦਿੰਦੇ ਸੀ ਇਹ ਘਰੇ ਆ ਕੇ ਦਿੰਦੇ ਸੀ ਟਿਕਟਾਂ ਆਪ ਵਾਲੇ। ਠੀਕ ਹੈ, ਤਾਂ ਇਸ ਕਰਕੇ ਇਹ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਸਮਾਂ ਆਉਣ 'ਤੇ ਹੋਰ ਵੀ ਦੱਸਾਂਗੇ। ਪਰ ਅੱਜ ਮੈਂ ਫਿਰ ਅਪੀਲ ਕਰਦਾ, ਠੀਕ ਹੈ, ਇਹਨਾਂ ਨੇ ਕਿਸੇ ਨੇ ਅਪੀਲ ਨਹੀਂ ਕਰਨੀ, ਇਹਨਾਂ ਕੋਲ ਤਾਂ ਗੋਲੀ ਹੈ। ਅਸੀਂ ਅਪੀਲ ਕਰਦੇ ਹਾਂ ਸਾਡੇ ਕੋਲ ਆਉਣ, ਫਿਰ ਇਹ ਗੋਲੀ ਮਾਰ ਕੇ ਵਿਖਾਉਣਗੇ ਤਾਂ ਅਸੀਂ ਬੈਠੇ ਹਾਂ। ਠੀਕ ਹੈ, ਮੈਂ ਜ਼ਿੰਮੇਵਾਰੀ ਲਊਂਗਾ। ਨਹੀਂ ਕਿਹਾ ਜੀ, ਨੌਜਵਾਨ ਨੂੰ ਘੇਰਾ ਪਾਇਆ ਸੀ, ਉਹਦੀ ਟੀਮ ਗਈ ਸੀ, ਉਹਨੂੰ ਰਿਕਵੈਸਟ ਕੀਤੀ ਤਾਂ ਉਹ ਸਰੈਂਡਰ ਕਰ ਦਿੱਤਾ, ਪਰ ਨੌਜਵਾਨ ਬਹੁਤੇ ਕਿਉਂ ਨਹੀਂ ਸਰੈਂਡਰ ਕਰ ਰਹੇ? ਮੈਂ ਥੋੜੀ ਜਿਹੀ ਇੱਥੇ ਗੱਲ ਐਡ ਕਰਨੀ। ਇਸ ਹਾਲਾਤ ਦੇ ਵਿੱਚ ਬੈਠੇ ਹਾਂ, ਸਾਰਾ ਰਵਾਇਤੀ ਪੋਲਿਟਿਕਸ ਦਾ ਸਿਸਟਮ ਉਖਾੜ ਕੇ 90 ਬੰਦੇ ਨਵੇਂ ਚੁਣ ਕੇ ਇੱਕ ਨਵਾਂ ਮਾਹੌਲ ਸਿਰਜਿਆ। ਮੇਰੇ ਖਿਆਲ ਦੇ ਵਿੱਚ ਜਿਹੜੇ ਤੁਹਾਡੇ ਦੋਨੋਂ ਸਵਾਲ ਲਗਭਗ ਮਿਲਦੇ ਨੇ, ਔਰ ਉਹ ਬੇਵਿਸ਼ਵਾਸੀ ਜਿਹੜੀ ਹੈਗੀ ਆ, ਉਹ ਪੋਲੀਟੀਕਲ ਸਿਸਟਮ ਕੀ ਕਰਦਾ ਹੁੰਦਾ। ਜਿਹੜੇ ਅਜਿਹੇ ਫੈਸਲੇ ਹੁੰਦੇ ਆ, ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਮਾੜੇ ਸੀ ਤਾਂ ਇੱਕ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਤਾਂ ਪੋਲੀਟਿਕਸ ਨੇ ਇਹ ਨਿਰਣੇ ਲੈਣੇ ਹੁੰਦੇ ਆ। ਜੇ ਅੱਜ ਪੂਰੇ ਪੰਜਾਬੀਆਂ ਨੇ ਜੇ ਹਾਲਾਤ ਮਹਿਸੂਸ ਕਰ ਰਹੇ ਸੀ ਪੰਜਾਬੀ, ਤਾਂ ਸ਼ਾਇਦ ਤਾਂ ਹੀ ਉਹਨਾਂ ਨੇ ਇੱਕ ਪੁਰਾਤਨ ਸਿਸਟਮ ਨੂੰ ਉਖਾੜਿਆ। ਔਰ ਇਸੇ ਕਰਕੇ ਉਮੀਦ ਔਰ ਜਿਹੜੀ ਹੈ ਉਹ ਇਸ ਸਿਸਟਮ ਤੋਂ ਕੀਤੀ ਜਾਣੀ ਚਾਹੀਦੀ, ਔਰ ਇਹਨਾਂ ਨੂੰ ਉਹ ਰਸਤਾ ਅਪਣਾਉਣਾ ਚਾਹੀਦਾ। ਸ਼ਾਇਦ ਸਾਡੀ ਸਾਰਿਆਂ ਦੀ ਚਿੰਤਾ ਦਾ ਵਿਸ਼ਾ ਹੀ ਇਹ ਹੈ ਕਿ ਜੇਕਰ ਪੂਰੇ ਪੰਜਾਬ ਦੇ ਲੋਕ, ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇੱਕ ਬੜੀ ਚੱਲ ਰਹੀ ਲਾਈਨ ਦੇ ਲੋਕ ਜਿਹੜੇ ਹੈ ਉਹ ਜਗ੍ਹਾ ਆ ਕੇ ਲੈਂਦੇ ਨੇ, ਤਾਂ ਉਹਨਾਂ ਨੂੰ ਕੁਝ ਇਹ ਤਬਦੀਲੀ ਵਾਲੇ ਫੈਸਲੇ ਜਿਹੜੇ ਸਾਡੇ ਹਾਲਾਤਾਂ ਨੂੰ ਠੀਕ ਕਰਨ, ਉਹ ਮੇਰਾ ਖਿਆਲ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਉਹ ਪੋਲੀਟੀਸ਼ੀਅਨਸ ਦੁਆਰਾ ਲਏ ਜਾਣੇ ਚਾਹੀਦੇ ਆ। ਕਿਉਂਕਿ ਸਿਸਟਮ ਬਿਊਰੋਕਰੇਟਸ ਜਿਹੜੇ ਉਹ ਕਿਸੇ ਸਿਸਟਮ ਦੇ ਵਿੱਚ ਬੱਝੇ ਹੁੰਦੇ ਨੇ,
ਔਰ ਰਾਜਨੀਤਿਕ ਲੋਕਾਂ ਨੂੰ ਕਿਸੇ ਉੱਚ ਪੱਧਰੀ ਨਿਰਣੇ ਲੈ ਕੇ ਇਹ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਜਿਹਦੇ ਨਾਲ ਆਉਣ ਵਾਲਾ ਸਮਾਂ ਸੁਖਾਵਾਂ ਹੋ ਸਕੇ। ਸੋ ਮੇਰੇ ਖਿਆਲ 'ਚ ਸਭ ਤੋਂ ਵੱਡੀ ਜ਼ਰੂਰਤ ਤਾਂ ਇਸ ਗੱਲ ਦੀ ਹੈ। ਮੈਂ ਪੂਰੀ ਕਰਦਿਆਂ ਗੱਲ ਤੁਸੀਂ ਜਿਹੜੀ ਪੁੱਛੀ ਸੀਗੀ, ਕਦੇ ਕਿਸੇ ਇਹੋ ਜਿਹੀ ਅਪੀਲ ਕਦੇ ਵੀ ਨਹੀਂ ਕੀਤੀ ਗਈ ਕਿ ਇਹ ਸਿਰਫ ਬਾਹਰਲੇ ਦੰਦ ਹੈ ਵਿਖਾਉਣ ਵਾਲੇ। ਕਦੇ ਵੀ ਜਦੋਂ ਸਰਕਾਰਾਂ ਸਿਰਦ ਹੋਣ ਤਾਂ ਬੜੇ ਵੱਡੇ ਇਹ ਫੈਸਲੇ ਲਏ ਜਾ ਸਕਦੇ ਹੁੰਦੇ। ਮੈਂ ਅਗਾਂਹ ਇਹਨੂੰ ਪੂਰਾ ਕਰਾਂਗਾ ਕਿ ਅੱਜ 1 ਮਹੀਨਾ ਜੇ ਹੋਇਆ ਨਹੀਂ ਕਿ ਅਸੀਂ ਸਰਕਾਰ ਦੇ ਖਿਲਾਫ ਇਹਨਾਂ ਬੋਲਣ ਵਾਸਤੇ ਬੈਠੇ ਹਾਂ। ਕਾਰਨ ਇਹੀ ਹੈ ਕਿ 2 ਰਵਾਇਤੀ ਪਾਰਟੀਆਂ ਜਿਹੜੀਆਂ ਸੀ ਉਹਨਾਂ 'ਚੋਂ ਕੋਈ ਵੀ ਸਰਕਾਰ ਇੱਥੇ ਬੈਠੀ ਹੁੰਦੀ, ਨਾ ਤੁਸੀਂ ਆ ਸਕਣਾ ਸੀ, ਨਾ ਸਾਡੀ ਹਿੰਮਤ ਹੋਣੀ ਸੀ ਕਿਸੇ ਦੀ। ਅਸੀਂ ਇੱਕ ਮਾਹੌਲ ਵੇਖ ਕੇ ਬੈਠੇ ਹਾਂ। ਸਾਨੂੰ ਪਤਾ ਹੈ ਕਿ ਇਹ ਲੋਕ ਇੰਨੇ ਸਟਰੋਂਗ ਨਹੀਂ ਹੋਏ ਅਜੇ, ਇਹ ਲੋਕ ਇੰਨੇ ਕਾਤਲ ਜਾਂ ਇੰਨੇ ਤਿੱਖੇ ਨਹੀਂ ਹੋ ਗਏ ਕਿ ਸਾਨੂੰ ਹੁਣੇ ਸਾਡੀਆਂ ਧੌਣਾਂ ਲਾ ਦੇਣਗੇ। ਇਹ ਵੀ ਇੱਕ ਜਿਹੜਾ ਫੀਅਰ ਫੈਕਟਰ ਸਾਡਾ ਘੱਟ ਹੋਣਾ, ਗੱਲ ਕਰਨਾ, ਇੱਥੇ ਬਹਿਣ ਦਾ ਸਟੇਜ ਦਾ, ਇਹ ਵੀ ਰੀਜ਼ਨ ਹੈਗਾ। ਤੁਸੀਂ ਵੀ ਇਸ ਧਿਆਨ ਮਾਰੋਗੇ ਤਾਂ ਸੋਚੋਗੇ ਵੀ ਅੱਜ ਨਹੀਂ ਤਾਂ ਹੁਣ ਤੱਕ ਬਲਵਿੰਦਰ ਸਿੰਘ ਹੋ ਸਕਦਾ ਅਗਲੀ ਵਾਰੀ ਕਰਾਉਣਗੇ, ਕਿਉਂਕਿ ਅੱਜ ਬਹੁਤ ਕੁਝ ਬੋਲਿਆ ਗਿਆ। ਉਹ ਜਾਊਗਾ, ਬਹੁਤ ਦੂਰ ਤੱਕ ਜਾਊਗਾ। ਪਰ ਪਿਛਲੀਆਂ ਸਰਕਾਰਾਂ ਬਣਾਇਆ 75-25 ਸਿਸਟਮ ਬਣਾਇਆ ਹੋਇਆ ਸੀਗਾ, ਉਹਦੇ 'ਚ ਨਾ ਤੁਹਾਡੀ ਹਿੰਮਤ ਸੀ, ਨਾ ਸਾਡੀ ਹਿੰਮਤ ਸੀਗੀ। ਤਾਂ ਇਸ ਕਰਕੇ ਆਪਾਂ ਵੀ ਆਜ਼ਾਦ, ਮੈਂ ਵੀ ਹੋਇਆ, ਤੁਸੀਂ ਵੀ ਹੋਏ ਹਾਂ। ਕੋਸ਼ਿਸ਼ ਕਰੀਏ ਪ੍ਰਮਾਤਮਾ ਅੱਗੇ ਕਿ ਸਾਨੂੰ ਇਹ ਆਜ਼ਾਦੀ ਇਹਨਾਂ ਦੀ ਇਗਨੋਰੈਂਸ ਦੇ ਰੂਪ ਵਿੱਚ ਮਿਲੀ ਰਹੇ। ਇਹ ਗਲਤੀਆਂ ਕਰਦੇ ਰਹਿਣ, ਠੀਕ ਹੈ, ਅਤੇ ਅਸੀਂ ਇਹਨਾਂ ਨੂੰ ਜਵਾਉਂਦੇ ਰਹੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਜਿੰਨਾ ਚਿਰ ਪੰਜਾਬ ਵਿੱਚੋਂ ਕੋਈ ਖੇਤਰੀ ਪਾਰਟੀ ਨਹੀਂ ਉੱਠੂਗੀ, ਉਹਨਾਂ ਚਿਰ ਪੰਜਾਬ ਦਾ ਫਿਊਚਰ ਕੋਈ ਵੀ ਜਿਹੜਾ ਹੈਗਾ ਸੋਚ ਵੀ ਨਹੀਂ ਸਕੇ ਕਿ ਮਤਲਬ ਪੰਜਾਬ ਦਾ ਭਲਾ ਹੋਊਗਾ। ਅਸੀਂ ਹੀ ਲੋਕ ਉਠਾਂਗੇ, ਤੁਹਾਨੂੰ ਉਠਾਵਾਂਗੇ, ਯੰਗਸਟਰ 'ਚੋਂ ਲੈ ਕੇ ਆਵਾਂਗੇ। ਇਹਨਾਂ ਦੇ ਟੱਬਰਾਂ ਵਿੱਚੋਂ, ਪੁਰਾਣੇ ਪੋਲੀਟਿਕਸ ਸਿਸਟਮ ਦੇ ਵਿੱਚੋਂ ਕੋਈ ਬੰਦਾ ਕਬੂਲ ਨਹੀਂ ਹੈ ਜਿਹੜਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕਿਆ ਆਦਮੀ ਹੈ। ਕਰਪਸ਼ਨ ਕੀਤੀ ਜਾਂ ਨਹੀਂ ਕੀਤੀ, ਉਹ ਗੁਨਾਹਗਾਰ ਹੈ। ਉਹਨੂੰ ਕਿਤੇ ਵੀ ਉਹਨਾਂ ਦੇ ਘਰ 'ਚ ਕਿਸੇ ਪੈਦਾ ਹੋਏ ਔਲਾਦ ਨੂੰ ਔਰ ਉਹਨਾਂ ਨੂੰ ਕਿਤੇ ਵੀ ਜਿਹੜਾ ਇਹ ਮੰਚ ਹੈ ਜਾਂ ਆਉਣ ਵਾਲਾ ਸਮਾਂ ਜਿਹੜਾ ਉੱਠੂਗਾ ਉਹਦੇ ਵਿੱਚ ਬਿਲਕੁਲ ਕੋਈ ਜਗ੍ਹਾ ਨਹੀਂ ਦਿੱਤੀ ਜਾਊਗੀ। ਨਵੇਂ ਲੋਕ ਹੋਣਗੇ, ਨਵੇਂ ਲੋਕਾਂ ਦੇ ਨਾਲ ਹੀ ਜਿਹੜਾ ਸਮਾਂ ਜਿਹੜਾ ਆਉਣ ਵਾਲਾ ਜਿਹੜਾ ਹੈਗਾ ਬਹੁਤ ਲੰਬਾ ਹੈਗਾ। ਕਿ ਐਸਾ ਸਿਰਜਾਂਗੇ, ਖੇਤਰੀ ਪਾਰਟੀ ਅਸੀਂ ਖੜੀ ਕਰਾਂਗੇ ਜਿਹੜੀ ਕਿ ਆਉਣ ਵਾਲੇ ਤੁਹਾਡੇ ਬੱਚਿਆਂ ਵਰਗੇ ਵੀ ਕੁਝ ਲੋਕ ਬੈਠੇ ਆ ਜਾਂ ਵੱਡੇ ਬੈਠੇ ਆ, ਇਹਨਾਂ ਵਾਸਤੇ ਜਿਹੜਾ ਜ਼ਿੰਦਗੀ ਜਿਉਣੀ ਥੋੜ੍ਹੀ ਬਹੁਤ ਸੌਖੀ ਹੋ ਜੇ। ਸਾਡੇ ਲੋਕਾਂ ਕੋਲ ਤੱਕ ਪਾਉਣ ਨੂੰ ਹੈ ਕੁਝ ਨਹੀਂ। ਤੁਸੀਂ ਲੋਕ ਜਿਹੜੇ ਹੈਗੇ ਆ, ਤੁਹਾਡੇ ਵਾਸਤੇ ਸਾਰਾ ਫਿਊਚਰ ਪਿਆ। ਜਿਹੜਾ ਕਿਸੇ ਨੇ 40 ਸਾਲ ਜਿਉਣਾ, ਕਿਸੇ ਨੇ 50 ਸਾਲ ਜਿਉਣਾ, ਕਿਸੇ ਨੇ 70 ਸਾਲ ਜਿਉਣਾ, ਉਹਦੇ ਵਾਸਤੇ ਕੀ ਹੈਗਾ? ਅਸੀਂ ਤਾਂ 10-20 ਸਾਲ ਨਾਲੇ ਰਹਿ ਗਏ ਹਾਂ, ਸਾਡੇ ਕੋਲ ਗਵਾਉਣ ਨੂੰ ਕੀ ਹੈਗਾ? ਪਰ ਅਸੀਂ ਗੁਨਾਹਗਾਰ ਹਾਂ, ਅਸੀਂ ਇਹਦਾ ਪਛਤਾਤਾਪ ਕਰਦੇ ਹਾਂ। ਚਾਹੁੰਦੇ ਹਾਂ ਕਿ ਜਿਹੜੀਆਂ 2 ਪੀੜ੍ਹੀਆਂ ਦਾ ਨੁਕਸਾਨ ਕੀਤਾ ਇਹਨਾਂ ਨੇ, ਹਰ ਤਰ੍ਹਾਂ ਦੇ ਪੋਲਿਊਸ਼ਨ ਨਾਲ, ਨਸ਼ਾ ਲਿਆ ਕੇ, ਅਨਐਜੂਕੇਸ਼ਨ ਉਹਦੇ ਵਿੱਚ ਆ ਗਈ, ਹੈਲਥ ਸਿਸਟਮ ਉਹਦੇ 'ਚ ਆ ਗਿਆ, ਜਿਹੜੀ ਲੱਚਰਤਾ ਜਿਹੜੀ ਹੈਗੀ ਹੈ, ਸੰਗੀਤ ਆ ਮੂਸੇ ਵਾਲੇ ਵਰਗੇ ਜਿਹੜੇ ਹੈਗੇ ਪੈਦਾ ਕਰਕੇ ਕੀ ਕੁਛ ਆਪਣਾ ਮਤਲਬ ਨੁਕਸਾਨ ਜਿਹੜਾ ਹੋਇਆ। ਫਿਲਮਾਂ ਉਹੋ ਜਿਹੀਆਂ ਰਾਹੀਂ ਜੋ ਵੀ ਚੀਜ਼ ਪੰਜਾਬ ਨਾਲ ਬਿਲੋਂਗ ਨਹੀਂ ਕਰਦੀ ਪਰੋਸੀ ਗਈ ਹੈ ਜਿਹੜੀ, ਉਹ ਨਹੀਂ ਪੰਜਾਬ ਦਾ ਇੰਨਾ ਕੁ ਨੁਕਸਾਨ ਕੀਤਾ। ਕੈਂਸਰ ਇਹੋ ਜਿਹੇ ਹੋਏ ਆ ਜਦੋਂ ਸਾਨੂੰ ਪਤਾ ਲੱਗਿਆ, ਉਦੋਂ ਬਾਅਦ ਤਾਂ ਫਿਰ ਕੀ ਸਟੇਜ 'ਤੇ ਪਤਾ ਲੱਗਦਾ, ਉਦੋਂ ਬਾਅਦ ਇਲਾਜ ਹੀ ਕੋਈ ਨਹੀਂ। ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ, ਜਿਹੜੇ ਅਜੇ ਜੰਮੇ ਨਹੀਂ, ਉਹਨਾਂ ਨੇ ਵੀ ਇਸ ਧਰਤੀ 'ਤੇ ਆਉਣਾ। ਤੇ ਜੇ ਅੱਜ ਤੋਂ ਕੋਈ ਠੀਕ ਕਰਨ ਲੱਗੂਗਾ ਸਿਰ ਦਿੱਤਾ ਤਾਂ 20-25 ਸਾਲ ਲੱਗਣਗੇ ਸਟੇਟ ਨੂੰ ਠੀਕ ਕਰਨ ਲੱਗਿਆ। ਇਹ ਬਟਨ ਦਬਿਆ ਨਹੀਂ ਹੋਣੀ। ਕੱਲ੍ਹ ਨੂੰ ਮੈਨੂੰ ਤੁਸੀਂ ਬਣਾ ਕੇ ਬਿਠਾ ਦਿਓ ਪੁਲਿਸ ਤਾਂ ਮੈਂ ਇਹ ਨਹੀਂ ਕੋਈ ਬਟਨ ਦਬ ਦੂੰਗਾ। ਹਾਂ, ਕੁਛ ਐਕਸ਼ਨ ਇਹੋ ਜਿਹੇ ਹੋ ਜਾਣਗੇ ਜਿਹੜੇ ਦਿਖਾਈ ਦੇਣਗੇ ਕਿ ਅਸੀਂ ਇਹਨੂੰ ਠੀਕ ਪਾਸੇ ਲੈ ਕੇ ਜਾ ਰਹੇ ਹਾਂ, ਜਿਹੜੇ ਕਿ ਇਹਨਾਂ ਦੇ ਦਿਖਾਈ ਨਹੀਂ ਦੇ ਰਹੇ, ਜਿਹਦੇ ਕਰਕੇ ਆਪਾਂ ਜੇ ਇੱਥੇ ਬੈਠੇ ਹਾਂ। ਸੋ ਉਮੀਦ ਕਰਦੇ ਹਾਂ ਪਰਮਾਤਮਾ ਇਹਨਾਂ ਨੂੰ ਸਮੱਤ ਦੇਵੇ, ਚੰਗੇ ਪਾਸੇ ਇਹੀ ਤੁਰ ਪੈਣ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਪਾਵਰ ਜਾਵਾਂਗੇ ਚੰਗਾ ਕਰਾਂਗੇ। ਇਹਨਾਂ ਕੋਲ ਤਾਂ ਹੈਗੀ ਹੈ, ਅੱਜ ਹੀ ਕਰ ਲੈਣ, ਕੀ ਦਿੱਕਤ ਹੈਗੀ ਹੈ? ਕਿੰਨਾ ਪੈਸਾ ਚਾਹੀਦਾ, ਕਿੰਨੀ ਕੁ ਪਾਵਰ ਚਾਹੀਦੀ ਜ਼ਿੰਦਗੀ ਜਿਉਣ ਵਾਸਤੇ? ਸੋ ਸਮੱਤ ਬਖਸ਼ੇ। ਕੋਈ ਹੋਰ ਕੁਐਸਚਨ? ਉਹ ਲਿਸਟਾਂ ਦਾ ਇਹਨਾਂ ਦੇ ਮੁਤਾਬਕ ਹੈ ਜੀ, ਲੁਕੋਈਆਂ ਹੋਈਆਂ ਕਰ ਦੇਣਾ ਜਨਤਕ ਤੌਰ 'ਤੇ ਤਾਂ ਦੱਸ, ਉਹਦੇ ਬਾਰੇ ਵੀ ਗੱਲ ਕਰ ਲਾਂਗੇ। ਗਰੰਟੀਆਂ ਦੇਣਾ ਕੰਮ ਹੈ ਕੇਜਰੀਵਾਲ ਦਾ, ਮੇਰਾ ਨਹੀਂ ਹੈਗਾ। ਮੈਂ ਤਾਂ ਅੱਗੇ ਖੜਾ ਹੋਊਂਗਾ। ਜਿਹੜਾ ਕੋਈ ਬੱਚਾ ਮੇਰੇ ਕੋਲ ਆਊਗਾ, ਠੀਕ ਹੈ, ਉਹਨੂੰ ਮੈਂ ਲੈ ਕੇ ਜਾਊਂਗਾ, ਫਿਰ ਜੇ ਉਹ ਮਰੂਗਾ ਤਾਂ ਪਹਿਲਾਂ ਗੋਲੀ ਆਪ ਖਾਊਂਗਾ। ਮੈਂ ਤਾਂ ਇਹ ਗੱਲ ਕਰ ਸਕਦਾ, ਠੀਕ ਹੈ। ਇਹਦੇ ਵਿੱਚ ਕੋਈ ਜਮਾ ਘਟਾਓ ਜਾਂ ਕੋਈ ਸ਼ਬਦਾਂ ਦੀਆਂ ਜਲੇਬੀਆਂ ਨਹੀਂ ਹੈਗੀਆਂ। ਮੈਨੂੰ ਪਤਾ ਕਿ ਕਿਸੇ ਦੀ ਹਿੰਮਤ ਨਹੀਂ ਹੈਗੀ ਜੇ ਉਹਨੂੰ ਜਾ ਕੇ ਪੇਸ਼ ਕਰਕੇ ਸਾਡੇ ਵਰਗੇ ਬੰਦੇ ਨਾਲ ਖੜਨਗੇ, ਫਿਰ ਇਹਦੀ ਹਿੰਮਤ ਹੈ ਕਿ ਉਹਨੂੰ ਕਾਊਂਟਰ ਕਰ ਦੇਣ। ਹਿੰਮਤ ਉਹਨਾਂ ਨੂੰ ਵਿਖਾਉਣੀ ਪਊਗੀ, ਇੱਕ ਵਾਰੀ ਭਰੋਸਾ ਕਰਨਾ ਪਊਗਾ। ਆ ਜਾਣ, ਵੇਖ ਲੈਣ। ਅਦਰਵਾਈਜ਼ ਵੀ ਤਾਂ ਮੌਤ ਦੇ ਮੂੰਹ ਤੁਰੇ ਫਿਰਦੇ ਆ ਨਾ। ਅਦਰਵਾਈਜ਼ ਵੀ ਤਾਂ ਹਾਲਾਤ ਕੀ ਹੈਗੇ ਆ, ਕਰਕੇ ਵੇਖ ਲੈਣ। ਇੱਕ ਭਰੋਸਾ ਕਰ ਲਊਗਾ ਤਾਂ ਲਾਈਨ ਲੱਗ ਜੂਗੀ, ਮਗਰੋਂ ਸਾਰਿਆਂ ਨੂੰ ਲੈ ਆਵਾਂਗੇ, ਘਰਾਂ 'ਚ ਲੈ ਆਵਾਂਗੇ ਵਾਪਸ। ਇਹ ਉਹ ਬੱਚੇ ਆ ਜਿਹੜੇ ਜਿਨ੍ਹਾਂ ਦੇ ਤਰਸ ਦੇ ਆਧਾਰ 'ਤੇ ਇਹਨਾਂ ਨੂੰ ਵੇਖ ਕੇ ਇਹਨਾਂ ਨੂੰ ਮਤਲਬ ਬੈਟਰ ਤਰੀਕੇ ਨਾਲ ਇਹਨੂੰ ਸਹੂਲਤਾਂ ਦੇ ਕੇ ਇਹਨਾਂ ਦੇ ਘਰ 'ਚ ਇਹਨਾਂ ਦੇ ਮਾਂ-ਬਾਪ ਨੂੰ ਮਤਲਬ ਕੋਈ ਠੰਡੀ ਹਵਾ ਆਵੇ। ਅਤੇ ਉਲਟਾ ਇਹ ਜਿਹੜੇ ਰਸਤਾ ਤੋਰੇ ਹੋਏ ਆ ਉਹ ਮੌਤ ਵਾਲਾ ਰਸਤਾ ਹੈਗਾ। ਤਾਂ ਮੈਂ ਤਾਂ ਗਰੰਟੀ ਕੰਮ ਦੇਣਾ ਤਾਂ ਇਹਨਾਂ ਦਾ ਕੰਮ ਹੈ, ਚੋਰਾਂ ਠੱਗਾਂ ਦਾ। ਮੇਰੇ ਕੋਲ ਕੋਈ ਗਰੰਟੀ ਨਹੀਂ। ਮੈਂ ਆਪਣੀ ਗਰੰਟੀ ਆਪ ਦੇਵਾਂਗਾ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੋਈ ਸਟੈਪ ਲਊਗਾ ਉਹ ਫਿਰ ਮੇਰੀ ਲਾਸ਼ ਤੋਂ ਟੱਪ ਕੇ ਮਾਰੂਗਾ ਇਹਨਾਂ ਨੂੰ। ਦੀ ਗੱਲ ਕੀਤੀ ਕਿ ਗੈਂਗਸਟਰਾਂ ਦੀ ਬਹੁਤੇ ਉਹ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ, ਨਸ਼ੇ ਦੇ ਤਸਕਰ ਨੇ, ਜਿਹੜੇ ਜਦੋਂ ਅਜਿਹੀ ਵਾਰਦਾਤ ਹੁੰਦੀ, ਜਿਵੇਂ ਹੁਣ
ਜੇਕਰ ਗੱਲ ਕੀਤੀ ਜੈਪਾਲ ਭੁੱਲਰ ਦੀ ਉਹਦੀ ਬੇਨਾਮੀ ਜਾਇਦਾਦ ਸਾਹਮਣੇ ਆ ਰਹੀ ਆ, ਉਹਦੇ ਬਾਰੇ ਵੀ ਬਹੁਤ ਕੁਝ ਸਾਹਮਣੇ ਆ ਰਿਹਾ ਕਿ ਉਹ ਸਰੋਵਰ ਦੇ ਨਾਲ ਜਾਇਦਾਦਾਂ ਖਰੀਦਦਾ ਸੀ। ਇਹ ਜਿਹੜੇ ਨਸ਼ੇ ਦੇ ਤਸਕਰ ਨੇ ਜਿਹੜੇ ਉਹ ਵੀ ਜਿਹੜੇ ਗੈਂਗਸਟਰ ਬਣੇ ਨੇ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਬਿਲਕੁਲ ਕਰ ਸਕਦੇ ਜੀ, ਉਹ ਹੈ ਹੀ ਨਹੀਂ ਤਸਕਰ। ਉਹ ਤਾਂ ਹੁਣ ਦੇਖੋ ਜਿਹੜਾ ਬੰਦਾ ਜਿਸ ਵਪਾਰ 'ਚ ਵੜੂਗਾ ਉਹਨੂੰ ਉਹਦਾ ਬਣਦਾ ਹਿੱਸਾ ਥੋੜਾ ਬਹੁਤ ਦੇਵਾਂਗੇ ਤਾਂ ਹੀ ਆਪਣੀ ਜਾਨ ਲਾਊਗਾ ਨਾ। ਇਹਨਾਂ ਦੇ ਪੜਦੇ ਕਿਵੇਂ ਕਜੂਗਾ ਉਹ ਜੇ ਉਹਨੂੰ ਕਾਣਾ ਨਾ ਕੀਤਾ ਜਾਊਗਾ। ਜਿਹੜਾ ਘਰੋਂ ਨਿਕਲ ਹੀ ਗਿਆ ਜਿਹਨੇ ਮੌਤ ਸਿਰ ਤੇ ਬੰਨ੍ਹ ਹੀ ਲਈ, ਠੀਕ ਹੈ, ਉਹ ਆਪਣੇ ਪਰਸਨਲ ਇੰਟਰਸਟ ਕਿਉਂ ਨਹੀਂ ਵੇਖੂਗਾ? ਯੰਗ ਜਿਹੜਾ ਘਟਨਾ ਹੋਈ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਨਸ਼ੇ ਦਾ ਤਸਕਰ ਸੀ, ਉਹਨੂੰ ਛੱਡ ਦਿੱਤਾ ਗਿਆ ਪੁਲਿਸ ਵੱਲੋਂ, ਤਾਂ ਨਾ ਇੱਕ ਨੌਜਵਾਨ ਦੇ ਬੀਤੀ ਰਾਤ ਗੋਲੀ ਮਾਰ ਦਿੱਤੀ। ਇਹ ਜਿਹੇ ਨਹੀਂ, ਦੇਖੋ ਇਹ ਮਾਨਸਿਕਤਾ ਵਾਲਾ ਜਿਹਦਾ ਦੀ ਮਾਨਸਿਕਤਾ ਦੇ ਵਿੱਚ ਹੀ ਅਪਰਾਧ ਭਰਿਆ ਹੋਇਆ ਉਹ ਵੀ ਨਹੀਂ ਮੈਂ ਡਿਫਰ ਕਰਦਾ। ਕਿਸੇ ਮਾਨਸਿਕਤਾ ਵਿੱਚ ਅਪਰਾਧ ਨਹੀਂ ਭਰੇ ਹੁੰਦੇ, ਠੀਕ ਹੈ। ਇੱਕ ਬੱਚਾ ਕੋਰਾ ਕਾਗਜ਼ ਸਲੇਟ ਲੈ ਕੇ ਪੈਦਾ ਹੁੰਦਾ, ਉਹਦੇ 'ਤੇ ਕੁਝ ਵੀ ਲਿਖਿਆ ਜਾ ਸਕਦਾ ਹੁੰਦਾ। ਇਹ ਕ੍ਰਾਈਮ ਹੈ, ਕਿਸੇ ਨੂੰ ਕਹਿਣਾ ਕਿ ਮਾਨਸਿਕ ਤੌਰ 'ਤੇ ਕ੍ਰਾਈਮ ਹੈ। ਉਹਨੂੰ ਮਾਹੌਲ ਦਿੱਤਾ ਗਿਆ ਹੋਇਆ। ਜਿਹੜਾ ਬੰਦਾ ਕ੍ਰਾਈਮ ਕਰਕੇ, ਮਰਡਰ ਕਰਕੇ, ਕੋਈ ਰੇਪ ਕਰਕੇ ਵੀ ਬੈਠਾ ਹੈ ਜੇਲ੍ਹ ਵਿੱਚ ਜਾਂ ਕਿਤੇ ਹੋਰ, ਉਹਦੇ 'ਚ ਤੁਹਾਡਾ ਵੀ ਹਿੱਸਾ ਹੈ, ਮੇਰਾ ਵੀ ਹਿੱਸਾ ਹੈ। ਅਸੀਂ ਉਹਨੂੰ ਉਹ ਸਮਾਂ, ਉਹ ਹਾਲਾਤ ਦਿੱਤੇ ਹੈ ਤਾਂ ਕਿ ਉਹ ਕਰੇ, ਠੀਕ ਹੈ। ਇਸ ਕਰਕੇ ਬਰੀ ਨਾ ਕਰੀਏ ਆਪਣੇ ਆਪ ਨੂੰ। ਕੁਐਸਚਨ ਉਂਗਲ ਕਰਨੀ ਸਾਹਮਣੇ ਸੌਖੀ ਹੈ। ਜਿਹੜਾ ਕ੍ਰਾਈਮ ਕਰ ਰਿਹਾ ਬੰਦਾ, ਜਿਹੜਾ ਗਲਤ ਕੰਮ ਕਰ ਰਿਹਾ ਬੰਦਾ, ਉਹਦੇ ਵਿੱਚ ਅਸੀਂ ਸਾਰੇ ਲੋਕ ਬਹੁਤ ਬਰਾਬਰ ਦੇ ਜ਼ਿੰਮੇਵਾਰ ਹੈ। ਅਸੀਂ ਉਹਨਾਂ ਨੂੰ ਇਹ ਮਾਹੌਲ ਦਿੱਤਾ, ਠੀਕ ਹੈ। ਕਿਸੇ ਤੋਂ ਕੋਈ ਚੀਜ਼ ਖੋਈ ਗਈ ਕਿਸੇ ਨਾ ਕਿਸੇ ਰੂਪ ਵਿੱਚ ਤਾਂ ਉਹਨੂੰ ਖੋਣੀ ਪਈ ਵਾਪਸ। ਜੇ ਸਮਾਜ ਦੇ ਵਿੱਚ ਬਰਾਬਰਤਾ ਹੋਵੇ ਫਿਰ ਇਹ ਗੱਲਾਂ ਕਿਉਂ ਹੋਣ? ਬਹੁਤ ਉਦਾਹਰਨਾਂ ਸਾਡੇ ਕੋਲ, ਬੜੇ ਕੰਟਰੀ ਹੈਗੇ ਸਾਡੇ ਕੋਲ। ਹਾਲਾਂਕਿ ਸਾਰੀ ਦੁਨੀਆ ਦੇ ਵਿੱਚ ਵੀ ਕੋਈ ਐਸੀ ਕੋਈ ਹੈ ਨਹੀਂ ਕਿ ਜਿੱਥੇ ਰਾਮ ਰਾਜ ਦੀਆਂ ਗੱਲਾਂ ਹੁੰਦੀਆਂ ਹੋਣ, ਪਰ ਇਹ ਤੋਂ ਬਹੁਤ ਬੈਟਰ ਜਿਹੜਾ ਪੋਜੀਸ਼ਨ ਜਿਹੜੀ ਹੀ ਐਡਮਿਨਿਸਟ੍ਰੇਸ਼ਨ ਦਿੱਤੀ ਜਾ ਸਕਦੀ ਹੈ, ਉਹਦੇ ਵਿੱਚ ਜਿਹੜਾ ਹੈਗਾ ਹਰ ਬੰਦੇ ਨੂੰ ਸੈਲਫ ਐਨਾਲਿਸਿਸ ਕਰਨਾ ਪੈਂਦਾ। ਮੈਂ ਚਾਹੁੰਦਾ ਸਾਰਾ ਪੈਸਾ ਮੇਰੇ ਕੋਲ ਆ ਜੇ, ਬੱਚੇ ਮੇਰੇ ਸਭ ਤੋਂ ਸੌਖੇ ਰਹਿਣ। ਸਾਹਮਣੇ ਕੋਈ ਤੁਹਾਡੇ ਐਕਸੀਡੈਂਟ ਹੋ ਗਏ, ਮਰਿਆ ਪਿਆ ਹੋਵੇ ਜਾਂ ਕੋਈ ਸਟੱਡ ਫਰਿਆ ਹੋਵੇ, ਉਧਰ ਅਸੀਂ ਮੂੰਹ ਪਰਾਂ ਕਰ ਲੈਂਦੇ ਹਾਂ। ਇਹ ਬੇਸਿਕ ਕਰੈਕਟਰ ਹੈ, ਜਿਹੜੀ ਜ਼ਿੰਮੇਵਾਰੀਆਂ ਹੈਗੀਆਂ ਸਮਾਜ ਦੇ ਵਿੱਚ ਜਿਹੜੀਆਂ ਹੈਗੀਆਂ ਗਿਰਾਵਟ ਆਈ ਹੋਈ ਹੈ। ਅਸੀਂ ਪੰਜਾਬੀ ਜਿੰਨਾ ਗੱਲਾਂ ਕਰਕੇ ਜਾਣੇ ਜਾਂਦੇ ਸੀ ਉਹ ਸਾਡੇ ਕਰੈਕਟਰ 'ਚ ਹੀ ਨਹੀਂ ਹੈਗਾ। ਸਾਡਾ DNA ਬਦਲ ਗਿਆ, ਠੀਕ ਹੈ। ਸਾਡੀ ਕੋਈ ਜ਼ੁਬਾਨ ਨਹੀਂ ਹੈਗੀ। ਦੱਸੋ ਜੇ ਨੈਗੇਟਿਵਿਟੀ ਦੀ ਗੱਲ ਕਰਨੀ ਹੋਵੇ ਤਾਂ ਕਿਹੜੀ ਹੈਗੀ ਜਿਹੜੀ ਅੱਜ ਆਪਾਂ ਕਹਿ ਸਕੀਏ ਵੀ ਹਾਂ ਅਸੀਂ ਪੰਜਾਬੀ ਇਸ ਗੱਲ ਕਰਕੇ ਜਾਣੇ ਜਾਂਦੇ? ਐਵੇਂ ਕਿਤਾਬਾਂ ਪੜ੍ਹ ਕੇ ਗੱਲਾਂ ਕਰਨੀਆਂ ਹੋਣ ਤਾਂ ਜੋ ਮਰਜ਼ੀ ਕਰ ਲਓ। ਅਸੀਂ ਤਾਂ ਧੋਖਾ ਦੇਣ ਵਾਸਤੇ, ਅਸੀਂ ਮਤਲਬ ਚਾਪਲੂਸੀ ਕਰਨ ਵਾਸਤੇ, ਅਸੀਂ ਇਹਨਾਂ ਗੱਲਾਂ ਦੇ ਐਕਸਪਰਟ ਹਾਂ ਅੱਜ ਕੱਲ੍ਹ, ਜੇ ਸੱਚੀ ਗੱਲ ਸੁਣਨੀ ਹੈ।